ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਸ਼ਾਮ ਦੇ ਸਮੇਂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਪ੍ਰਾਪਤ ਹਨ। ਧੰਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਅੰਸ਼ ਵੰਸ਼। ਉਹਨਾਂ ਦੀ 12ਵੀਂ ਪੀੜ੍ਹੀ ਵਿੱਚੋਂ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਛੰਦਾਬੰਦੀ ਅੰਦਰ ਲਿਖਿਆ ਹੈ, ਜੋ ਕਿ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਪਹਿਲੇ ਮਹੱਲੇ ਦੀ ਭਾਵ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੀਵਨ ਪ੍ਰਸੰਗ। ਕੱਲ ਆਪਾਂ 34ਵੇਂ ਘਰ ਦੇ ਪ੍ਰਸੰਗ ਜੋ ਹੈ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਸੰਗਲਾ ਦੀਪ ਪਹੁੰਚੇ ਹੈ। ਰਾਜਾ ਸ਼ਿਵਨਾਭ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨੀ ਲੱਗਿਆ, ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਮਹਿਲਾਂ ਵਿੱਚ ਚਰਨ ਪਾਓ, ਸ਼ਹਿਰ ਵਿੱਚ ਆਓ ਤੁਸੀਂ। ਮਹਾਰਾਜ ਕਹਿੰਦੇ ਭਾਈ ਪਹਿਲਾਂ ਧਰਮਸਾਲ ਰਚ। ਰਾਜੇ ਨੇ ਛੇਤੀ ਹੀ ਬਹੁਤੇ ਮਿਸਤਰੀ ਮਜ਼ਦੂਰ ਲਾ ਕੇ ਸੋਹਣੀ ਸੁੰਦਰ ਧਰਮਸਾਲ ਬਣਵਾਈ ਹੈ। ਚੰਗਾ ਲੇਪਨ ਕੀਤਾ, ਸੁਗੰਧੀਆਂ ਛਿੜਕੀਆਂ, ਸੋਹਣਾ ਆਸਣ ਲਾਇਆ, ਪਲੰਗ ਲਾਇਆ, ਵਿਛਾਈ ਕਰਾਈ। ਔਰ ਫਿਰ ਮਹਾਰਾਜ ਨੂੰ ਬੇਨਤੀ ਕੀਤੀ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਜੀ ਉਸ ਧਰਮਸਾਲ ਦੇ ਵਿੱਚ ਪਹੁੰਚੇ ਹੈ। ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਵਾਸਤੇ ਬੇਅੰਤ ਸੰਗਤਾਂ ਆਉਂਦੀਆਂ। ਰਾਜੇ ਸ਼ਿਵਨਾਭ ਨੇ ਪੰਚਮੁਖੀ ਜਿਹੜਾ ਹੈ ਦੀਵਾ ਘ੍ਰਿਤ ਵਾਲਾ ਜਗਾ ਕਰਕੇ ਖੋੜਸ ਆਰਤੀ ਕੀਤੀ। ਉਹ ਖੋੜਸ ਆਰਤੀ ਬਾਰੇ ਵੀ ਦੱਸਿਆ ਹੈ ਕਿ 16 ਤਰ੍ਹਾਂ ਦੀ ਜਿਹੜੀ ਪੂਜਾ ਹੈ। ਇੱਕ ਪਹਿਲੀ ਆਵਾਹਨ ਹੈ ਕਿ ਸਵੇਰੇ ਉੱਠ ਕੇ ਫਿਰ ਆਪਣੇ ਮਾਲਕ ਨੂੰ ਉਠਾਉਣਾ, ਪ੍ਰਣਾਮ ਕਰਨਾ। ਦੂਜਾ ਆਸਣ ਪੂਜਾ ਹੈ, ਝਾੜੂ ਲੇਪਨ ਪ੍ਰੇਮ ਨਾਲ ਕਰਨਾ। ਤੀਜਾ ਪਾਦਨ ਪੂਜਾ ਹੈ, ਚਰਨ ਆਪਣੇ ਭਾਈ ਅਸ਼ਟ ਗੁਰੂ ਦੇ ਧੋਣੇ।
ਔਰ ਸਾਫ਼ ਕਰਨੇ ਬਸਤਰ ਨਾਲ। ਚੌਥਾ ਅਰਗ ਪੂਜਾ ਹੈ, ਹੱਥ ਮੂੰਹ ਪ੍ਰੇਮ ਨਾਲ ਧਵਾਉਣੇ ਹਨ। ਪੰਜਵਾਂ ਇਸ਼ਨਾਨ ਹੈ, ਪ੍ਰੇਮ ਨਾਲ ਇਸ਼ਨਾਨ ਕਰਕੇ ਬਸਤਰ ਨਾਲ ਚੰਗੇ ਉਹ ਸਰੀਰ ਨੂੰ ਪੂੰਝਣਾ ਹੈ। ਛੇਵਾਂ ਆਚਮਨ ਹੈ, ਦਾਤਨ ਕੁਰਲਾ ਆਦਿ ਕਰਵਾਉਣਾ। ਸੱਤਵਾਂ ਲੂਜਾ ਹੈ, ਸੇਵਾ ਦੇ ਵਿੱਚ ਲੁੱਝਣਾ, ਲਗਾਤਾਰ ਤਦਾਕਾਰ ਹੋਣਾ। ਇਸੇ ਤਰ੍ਹਾਂ ਅੱਠਵਾਂ ਹੈ, ਸੋਹਣੇ ਗਹਿਣੇ ਫਿਰ ਬਸਤਰ ਉਹ ਸਰੀਰ ਪਰ ਪਹਿਨਾਉਣੇ। ਨੌਵਾਂ ਮਾਲਾ ਰੂਪ ਪੂਜਾ ਹੈ, ਫੁੱਲਾਂ ਦੀ ਮਾਲਾ ਜਾਂ ਦਰਾਖ ਦੀ ਮਾਲਾ ਪਹਿਨਾਉਣੀ। 10ਵਾਂ ਸੁਗੰਧ ਹੈ, ਕੇਸਰ ਇਤਿਆਦਿਕ ਸੁਗੰਧੀ ਲਾਉਣੀ। ਤੇ 11ਵਾਂ ਹੈ ਫੁੱਲ ਹਰ ਤਰ੍ਹਾਂ ਦੇ ਉਹ ਚਾੜਨੇ। 12ਵਾਂ ਦਛਣਾ ਦੇਣੀ। 13ਵਾਂ ਨਵੇਦ ਹੈ, ਨਈਵੇਦ ਵੀ ਕਹਿੰਦੇ ਆ, ਫਿਰ ਉਸ ਸਤਿਕਾਰ ਨਾਲ ਪੂਜਾ ਕਰਨੀ। 14ਵਾਂ ਹੈ ਦੀਪ, ਘਿਓ ਦਾ ਦੀਵਾ ਬਾਲਣਾ। 15ਵਾਂ ਧੂਪ, ਆਰਤੀ ਕਰਨ ਵੇਲੇ ਧੂਪ ਦੇਣੀ। ਤੇ 16ਵਾਂ ਅਰਦਾਸ। ਇਸ ਤਰ੍ਹਾਂ ਦੇ ਇਹ ਜਿਹੜੀ ਹੈ 16 ਤਰ੍ਹਾਂ ਦੀ ਜਿਹੜੀ ਪੂਜਾ ਹੈ ਉਹ ਦੱਸੀ, ਉਹ ਕੀਤੀ। ਫਿਰ ਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਮਨ ਜਿਹੜਾ ਹੈ ਇਹਦੇ ਫੁਰਨੇ ਕਿਵੇਂ ਬੰਦ ਹੋਣ, ਮਨ ਦੀ ਸ਼ੁੱਧਤਾ ਕਿਵੇਂ ਹੋਵੇ। ਮਹਾਰਾਜ ਕਹਿਣ ਲੱਗੇ, ਭਾਈ ਇਹਦੇ 2 ਤਰੀਕੇ ਹੈ, ਇੱਕ ਕਸ਼ਟ ਹਠ ਯੋਗ ਹੈ ਤੇ ਦੂਜਾ ਭਗਤੀ ਯੋਗ ਹੈ। ਦੋਨਾਂ ਨਾਲ ਮਨ ਨਿਰਮਲ ਹੋ ਜਾਂਦਾ ਹੈ। ਇਹ ਤੁਸੀਂ ਵੇਖ ਲਓ ਕਿ ਜਿਹੜਾ ਕਿਹੜਾ ਕਰਨਾ ਹੈ। ਕਹਿੰਦੇ ਮਹਾਰਾਜ ਖੋਲ ਕੇ ਦੱਸੋ। ਕਹਿੰਦੇ ਭਾਈ ਪਹਿਲਾਂ ਤੁਹਾਨੂੰ ਹਠ ਯੋਗ ਦਾ ਦੱਸ ਦਿੰਨੇ ਆ। ਜਿਹੜਾ ਹਠ ਯੋਗ ਹੈ ਉਹਦੇ 8 ਅੰਗ ਨੇ। ਜਮ, ਨੇਮ ਆਸਨ, ਨੇਮ ਆਸਨ, ਯਾਮ, ਪ੍ਰਾਨਾ, ਪ੍ਰਤਿਹਾਰ, ਧਾਰਨਾ, ਧਿਆਨ। ਪਹਿਲਾ ਜਮ ਹੈ, ਦੂਜਾ ਨੇਮ ਹੈ ਤੇ ਤੀਜਾ ਹੈ ਨੇਮ ਆਸਨ, ਚੌਥਾ ਯਾਮ, ਪੰਜਵਾਂ ਪ੍ਰਾਨਾ, 6ਵਾਂ ਪ੍ਰਤਿਹਾਰ, 7ਵਾਂ ਧਾਰਨਾ ਤੇ 8ਵਾਂ ਧਿਆਨ। ਇਹ 8 ਤਰ੍ਹਾਂ ਜਾਂ ਇਹ ਹੈ 7ਵਾਂ ਧਿਆਨ ਤੇ ਜਿਹੜਾ 8ਵਾਂ ਉਹ ਸਮਾਧੀ ਹੈ। ਪਹਿਲਾ ਜਾਮ, ਦੂਜਾ ਨੇਮ ਆਸਨ, ਫਿਰ ਯਾਮ, ਪ੍ਰਾਣਾਯਾਮ। ਹਾਂ, ਪਹਿਲਾ ਯਮ ਹੈ, ਦੂਜਾ ਨੇਮ ਹੈ, ਤੀਜਾ ਆਸਨ ਹੈ, ਚੌਥਾ ਪ੍ਰਾਣਾਯਾਮ ਹੈ, ਪੰਜਵਾਂ ਪ੍ਰਤਿਹਾਰ ਹੈ, 6ਵਾਂ ਧਾਰਨਾ ਹੈ ਤੇ 7ਵਾਂ ਧਿਆਨ, 8ਵਾਂ ਸਮਾਧੀ। ਫਿਰ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਹੋਰ ਖੋਲ ਕੇ ਦੱਸ ਦਿਓ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਇਹਦੇ ਵਿੱਚ ਜਿਵੇਂ 8 ਅੰਗ ਨੇ ਕਸ਼ਟ ਯੋਗ ਦੇ, ਇਹਦੇ ਵਿੱਚ ਜਿਵੇਂ ਹੁਣ 8 ਅੰਗਾਂ ਦੇ ਵੀ ਅੱਗੇ ਕਈ ਲੱਛਣ ਹੈ। ਜਿਵੇਂ ਪਹਿਲਾ ਯਮ ਹੈ, ਇਹ 10 ਤਰ੍ਹਾਂ ਦਾ ਹੈ ਤੇ ਇਹਦੇ ਵਿੱਚ ਹਿੰਸਾ ਜਿਹੜੀ ਹੈ ਮਨਵਚਕ ਕਾਇਆ 3 ਤਰ੍ਹਾਂ ਕਰਕੇ ਨਹੀਂ ਕਰਨੀ। ਕਿਸੇ ਦਾ ਬੁਰਾ ਚਿੱਤ ਬਣਾ ਨਹੀਂ, ਫਿੱਕਾ ਬੋਲਣਾ ਨਹੀਂ। ਤੀਜੀ ਜੀਵਨ ਹਿੰਸਾ, ਇਹਨੂੰ ਤਿਆਗਣਾ ਹੈ। ਇਹ ਪਹਿਲਾ ਨਿਯਮ ਹੈ। ਦੂਜਾ ਹੈ ਜਿਹੜਾ ਯਮ ਦਾ ਲੱਛਣ ਉਹ ਹੈ ਸੱਚ, ਝੂਠ ਨਹੀਂ ਕਹਿਣਾ। ਤੀਜਾ ਹੈ ਚੋਰੀ, ਇਹ ਹੈ ਇਹ ਨਹੀਂ ਕਰਨੀ ਹੈ। ਚੋਰੀ ਵੀ 2 ਤਰ੍ਹਾਂ ਦੀ, ਇੱਕ ਮਨ ਦੀ ਹੈ, ਇੱਕ ਭਾਈ ਧਨ ਦੀ ਹੈ। ਤੇ ਜਿਵੇਂ ਮਨ ਦੀ ਹੈ ਪਾਪ ਕਰਨੇ, ਉਹ ਆਪਣੇ ਛੁਪਾ ਕੇ ਰੱਖਣੇ, ਮਨ ਦੀ ਚੋਰੀ ਹੈ। ਤਨ ਦੀ ਚੋਰੀ ਕਿਸੇ ਦੀ ਵਸਤੂ ਚੁੱਕੀ ਛੁਪਾ ਲੈਣੀ, ਉਹ ਤਨ ਦੀ ਚੋਰੀ ਹੈ। ਇਹ ਤੀਜਾ। ਚੌਥਾ ਹੈ ਬ੍ਰਹਮਚਰਜ, ਇਹ ਲੱਛਣ ਹੈ ਕਾਮ ਵਿਕਾਰ ਨੂੰ ਜਿੱਤਣਾ। ਇਹ ਅੱਗੇ ਕਹਿੰਦੇ ਜਿੱਤਣ ਦੇ ਇਹਦੇ 8 ਨੇ, 8 ਤਰ੍ਹਾਂ ਦਾ ਹੁੰਦਾ ਹੈ। ਉਹ ਸਾਰਾ ਕੁਝ ਦੱਸਿਆ ਵੀ ਕਿਸ ਤਰ੍ਹਾਂ ਹੈ ਸਾਰਾ। ਤੇ ਇਉਂ ਭਾਈ ਜਿਹੜਾ ਹੈ ਪੰਜਵਾਂ ਹੈ ਜਿਹੜਾ ਧੀਰਜ, ਯਮ ਦਾ ਜਿਹੜਾ ਹੈ ਧੀਰਜ ਰੱਖਣਾ। ਕੋਈ ਵਿਪਤਾ ਸਮੇਂ, ਠੰਡ ਸਮੇਂ, ਗਰਮੀ ਸਮੇਂ ਵਿਆਕੁਲ ਹੋ ਕੇ ਚਿੱਤ ਨਹੀਂ ਡਲਾਉਣਾ।
ਤੇ ਛੇਵਾਂ ਜਮ ਦਾ ਜਮ ਹੈ, ਜਮ ਦਾ ਲੱਛਣ ਹੈ ਖਿਮਾ। ਮਨ ਵਿੱਚ ਨਹੀਂ। ਫੇਰ ਭਾਈ ਕੋਈ ਭਲਾ ਕਹੇ ਬੁਰਾ ਕਹੇ, ਸਹਿਨਸ਼ੀਲਤਾ। ਸਪਤਮ ਦੁਖੀ ਨਾ ਦੇਖੈ ਕਾਹੀ, ਸਤਵਾਂ ਹੈ ਕਿਸੇ ਨੂੰ ਦੁਖੀ ਨਹੀਂ, ਦਇਆ ਕਰਨੀ ਹੈ। ਅਸ਼ਟਮ ਕੋਮਲ ਹਿਰਦਾ ਰਾਖੈ, ਇਹ ਉਪਦੇਸ਼ ਸਭਨ ਸੋ ਭਾਖੈ। ਨੌਵੇਂ ਯਮ ਮਰਜਾਦ ਆਹਾਰਾ, ਨੌਵਾਂ ਲੱਛਣ ਹੈ ਯਮ ਦਾ ਮਰਜ਼ਾਦਾ ਸਹਿਤ ਆਹਾਰ ਕਰਨਾ, ਤੇ ਭਲੇ ਬੁਰੇ ਦੀ ਵਿਚਾਰ ਕੇ ਆਹਾਰ ਕਰਨਾ ਹੈ। 10ਵਾਂ ਸੌਚ ਵੀ ਆ ਸਰੀਰ ਦਾ ਇਸ਼ਨਾਨ ਰੱਖਣਾ, ਤੇ ਨਾਲ ਮਨ ਦਾ ਵੀ ਦਵੈਖ ਈਰਖਾ ਨਹੀਂ ਰੱਖਣੀ ਹੈ। ਇਹ ਭਾਈ ਮਹਾਰਾਜ ਕਹਿੰਦੇ ਰਾਜਾ ਸ਼ਿਵਨਾਭ, ਯਮ ਜਿਹੜਾ ਪਹਿਲਾ ਅੰਗ ਹੈ ਜੋਗ ਦਾ, ਉਹਦੇ ਇਹ 10 ਲੱਛਣ ਤੈਨੂੰ ਦੱਸੇ ਹੈ। ਤੇ ਫਿਰ ਮਹਾਰਾਜ ਹੁਣ ਅੱਗੇ ਕਹਿੰਦੇ ਹੁਣ ਤੈਨੂੰ ਨੇਮ ਜਿਹੜਾ ਦੂਜਾ ਅੰਗ ਹੈ ਜੋਗ ਦਾ, ਉਹਦੇ ਬਾਰੇ ਦੱਸਦੇ ਆ। ਇੱਥੇ ਤੱਕ ਆਪਾਂ ਕਥਾ 34ਵੇਂ ਘਰ ਦੀ ਜਿਹੜੀ ਹੈ ਪੜੀ ਸੁਣੀ। ਆਓ ਅੱਗੇ 35ਵੇਂ ਘਰ ਦਾ ਪ੍ਰਸੰਗ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਬਿਨੈ ਕਰੈ ਸ਼ਿਵ ਨਾਭ ਨਿਰਪ, ਹੇ ਸਤਿਗੁਰ ਗੁਣ ਖਾਨ। ਰਾਜਾ ਸ਼ਿਵ ਨਾਭ ਬੇਨਤੀ ਕਰਦਾ, ਹੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਗੁਣਾਂ ਦੀ ਖਾਨ ਮਹਾਰਾਜ, ਆਬ 10 ਨੇਮ ਸੁਨਾਈਏ, ਮੈਂ ਹੂੰ ਬੁੱਧ ਅਜਾਨ। ਮਹਾਰਾਜ ਵੀ ਜਿਹੜਾ ਨੇਮ ਹੈ ਉਹਦੇ ਵੀ ਤੁਸੀਂ ਕਿਹਾ ਵੀ ਨੇਮ ਵੀ ਅੱਗੇ ਜਿਹੜਾ ਅੰਗ ਦੂਜਾ ਅੰਗ ਹੈ ਜੋਗ ਦਾ, ਨੇਮ ਅੰਗ ਹਿੱਸਾ ਕਹਿ ਲਓ, ਤੇ ਉਹ ਵੀ ਨੇਮ ਵੀ 10 ਤਰ੍ਹਾਂ ਦਾ ਹੈ। ਕਿਰਪਾ ਕਰਕੇ ਮਹਾਰਾਜ ਮੈਂ ਅਣਜਾਣ ਬੁੱਧ ਵਾਲਾ ਹਾਂ, ਉਹ ਵੀ ਮੈਨੂੰ ਸੁਣਾ ਦਿਓ ਜੀ। ਬੇਨਤੀ ਭੂਪਤ ਕੀ ਸੁਣੀ, ਹੋਏ ਪ੍ਰਸੰਨ ਕਿਰਪਾਲ। ਰਾਜੇ ਦੀ ਬੇਨਤੀ ਸੁਣੀ, ਸੁਣ ਕੇ ਭਾਈ ਕਿਰਪਾਲੂ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ ਹਨ। ਨਿਹ ਕਲੰਕ ਮੁਖ ਕੰਦ ਸਾ, ਅਮੀ ਵਾਕ ਤਿਸ ਕਾਲ। ਇਉਂ ਜਿਨ੍ਹਾਂ ਦਾ ਮੁਖ ਜਿਹੜਾ ਹੈ ਨਿਹ ਕਲੰਕ, ਕਲੰਕ ਤੋਂ ਰਹਿਤ ਚੰਦਰਮਾ ਵੱਤ ਹੈ। ਜਿਵੇਂ ਚੰਦਰਮੇ ਨੂੰ ਕਲੰਕ ਲੱਗਿਆ ਪ੍ਰਤੱਖ ਜਿਹੜਾ ਚੰਦਰਮਾ, ਲੇਕਿਨ ਮਹਾਰਾਜ ਨੇ ਹੁਣ ਇਹ ਤਸ਼ਬੀਹ ਦੇਤੀ ਕਿ ਚੰਦਰਮਾ ਵਰਗਾ ਮੁਖ ਹੈ, ਨਾਲ ਲਿਖਤਾ ਨਿਹ ਕਲੰਕ, ਕਲੰਕ ਕੋਈ ਨਹੀਂ ਹੈ। ਹੁਣ ਐਸੇ ਭਾਈ ਮੁਖ ਤੋਂ ਅਮੀ ਵਾਕ ਤੇ ਸਕਾਲ, ਉਸ ਸਮੇਂ ਅੰਮ੍ਰਿਤ ਬਚਨ ਮਹਾਰਾਜ ਨੇ ਕਹੇ ਹਨ। ਚੌਪਈ ਪ੍ਰਥਮੈ ਤਪ ਸੋ 3 ਪ੍ਰਕਾਰਾ। ਮਹਾਰਾਜ ਕਹਿੰਦੇ ਭਾਈ ਜਿਹੜਾ ਦੂਜਾ ਅੰਗ ਹੈ ਨੇਮ, ਉਹਦੇ ਅੱਗੇ 10 ਹਿੱਸੇ ਆ, ਲੱਛਣ ਹੈ, ਜਿਨ੍ਹਾਂ ਵਿੱਚੋਂ ਪਹਿਲਾ ਨੇਮ ਹੈ। ਜਿਹੜਾ ਨੇਮ ਵੀ ਅੱਗੇ 10 ਤਰ੍ਹਾਂ ਦਾ। ਪਹਿਲਾ ਹੈ ਤਪ। ਮਹਾਰਾਜ ਕਹਿੰਦੇ ਨੇਮ ਦਾ ਪਹਿਲਾ ਨੇਮ ਹੈ, ਜਿਵੇਂ 10 ਤਰ੍ਹਾਂ ਦਾ ਨੇਮ ਹੋ ਗਿਆ, ਤੇ ਇਹਨੂੰ ਵੰਡ ਕਰੀ ਜਾਣੀ। ਅੱਗੇ ਕੱਲ ਵੀ ਆਪਾਂ ਗੱਲ ਸਮਝੀ ਸੀ, ਜੋਗ 8 ਜੋਗ, ਉਹਦੇ ਅੱਗੇ 8 ਅੰਗ ਨੇ। ਪਹਿਲਾ ਅੰਗ ਹੈ ਯਮ, ਜਿਹਦੇ ਬਾਰੇ ਆਪਾਂ ਕੱਲ ਵਿਚਾਰ ਕਰ ਲਈ ਕਿ ਯਮ 10 ਤਰ੍ਹਾਂ ਦਾ, ਤੇ ਉਹਨਾਂ ਦੇ ਵੀ ਅੱਗੇ ਅੱਗੇ ਕਿੰਨੇ ਵਿਸਥਾਰ ਹੋ ਜਾਂਦੇ ਆ। ਇਸੇ ਤਰ੍ਹਾਂ ਦੂਜਾ ਅੰਗ ਹੈ ਜੋਗ ਦਾ ਨੇਮ। ਜਿਵੇਂ ਹੁਣ ਆਪਾਂ ਕਹਿੰਦੇ ਨਿਤ ਨੇਮ ਤਾਂ ਸਮਝਦੇ ਹੋ, ਤੇ ਨੇਮ ਵੀ ਅੱਗੇ 10 ਤਰ੍ਹਾਂ ਦਾ ਹੈ। ਉਹ ਹੁਣ ਦੱਸ ਰਹੇ ਨੇ ਪ੍ਰਥਮ ਹੈ ਤਪ ਸੋ 3 ਪ੍ਰਕਾਰਾ। ਪਹਿਲਾ ਨੇਮ ਹੈ ਤਪ, ਤੇ ਹੁਣ ਅੱਗੇ ਤਪ ਵੀ 3 ਪ੍ਰਕਾਰ ਦਾ, ਉਹ ਵੀ ਦੱਸ ਰਹੇ ਹਨ। ਰਾਜ ਤਮ ਬਹੁਰ ਸਾਂਤ ਕੀ ਸਾਰਾ। ਕਹਿੰਦੇ ਪਹਿਲਾ ਰਜੋ, ਦੂਜਾ ਤਮੋ ਤਪ ਤੇ ਬਹੁਰ ਸਾਂਤ ਕੀ ਸਾਰਾ, ਔਰ ਤੀਜਾ ਹੈ ਸ੍ਰੇਸ਼ਟ ਸਤੋ ਗੁਣੀ ਤਪ। ਛੋਦਾ ਅਗਨ ਜਲ ਸੋ ਤਨ ਤਾਵਾ। ਪਹਿਲਾ ਜਿਹੜਾ ਤਪ ਹੈ ਉਹ ਹੈ ਭਾਈ ਤਮੋ ਗੁਣੀ ਤਪ। ਉਹ ਕੀ ਹੈ? ਛੋਦਾ ਅਗਨ ਜਲ ਸੋ ਤਨ ਤਾਵਾ।
ਜਿਵੇਂ ਬਹੁਤ ਤਪ ਕਰਦੇ ਨੇ ਕਿ ਇੰਨਾ ਸਮਾਂ ਭੁੱਖ ਰੱਖਣੀ ਹੈ, ਖਾਣਾ ਨਹੀਂ ਕੁਛ, ਇੱਕ ਉਹ ਵੀ ਹੈ। ਕੋਈ ਗੁਰਮੁਖੋ ਗਰਮੀ ਦੇ ਵਿੱਚ ਧੂਣੀਆਂ ਤਾਪਦਾ ਹੈ ਅਗਨੀ ਵਿੱਚ, ਕੋਈ ਸਿਆਲਾਂ ਵਿੱਚ ਜਲ ਧਾਰੇ ਕਰਦਾ ਜਾਂ ਸਿਰ ਦੇ ਵਿੱਚ ਇੰਨਾ ਸਮਾਂ ਵੀ ਰੋਜ਼ 100 ਘੜਾ ਪਾਣੀ ਦਾ ਪਵਾਉਣਾ ਹੈ। ਸੋ ਤਨ ਤਾਵਾ, ਇਉਂ ਤਨ ਨੂੰ ਤਪਾਉਂਦੇ ਵੀ ਹਨ, ਭਾਵ ਤਨ ਨੂੰ ਕਠਨ ਜਿਹੜਾ ਇੱਕ ਤਰ੍ਹਾਂ ਨਾਲ ਦੁੱਖ ਦੇਣਾ। ਸਿਆਲ ਆ ਤਾਂ ਇਹਨੂੰ ਹੋਰ ਜ਼ਿਆਦਾ ਠੰਡ 'ਚ, ਗਰਮੀ ਇਹਨੂੰ ਹੋਰ ਗਰਮੈਸ਼ ਦੇਣੀ ਤੇ ਇਹਨੂੰ ਭੁੱਖਾ ਰੱਖਣਾ। ਇਸ ਤਰ੍ਹਾਂ ਦੇ ਜਿਹੜੇ ਬਹੁਤ ਨੇ ਸਾਡੇ ਦੇਸ਼ ਵਿੱਚ ਸਾਧੂ ਇਹ ਵੀ ਕਰਮ ਕਰਦੇ ਆ। ਇਹ ਤਪ ਜਿਹੜਾ ਹੈ ਤਮੋ ਗੁਣੀ ਤਪ ਹੈ। ਜਿਵੇਂ ਤਪ ਹੋ ਗਿਆ ਪਹਿਲਾ ਨੇਮ, ਤੇ ਤਪ ਦੇ 3 ਰੂਪ ਹੋ ਗਏ, ਰਜੋ ਤਮੋ ਸਤੋ। ਪਹਿਲਾ ਤਮੋ ਗੁਣੀ ਤਪ ਹੈ ਇਹ ਕਿ ਸਰੀਰ ਨੂੰ ਕਸ਼ਟ ਦੇਣਾ, ਇਹ ਹੈ ਤਾਮਸੀ ਫਲ ਦਾ ਗਾਵਾ। ਇਹ ਕਹਿੰਦੇ ਤਮੋ ਗੁਣੀ ਜਿਹੜਾ ਤਪ ਹੈ ਇਹਦੇ ਆਪਣੇ ਫਲ ਦੱਸੇ ਹਨ। ਹਿਰਦੈ ਗਿਆਨ ਇਸ ਤੇ ਨਹਿ ਹੋਏ, ਪਰ ਇਹਦਾ ਫਲ ਕੇ ਜਾਣੋ ਵੀ ਇਹਦੇ ਨਾਲ ਹਿਰਦੇ ਵਿੱਚ ਕੋਈ ਗਿਆਨ ਨਹੀਂ ਹੁੰਦਾ। ਅੰਤਸ਼ਕਰਨ ਦੇ ਵਿੱਚ ਗਿਆਨ ਨਹੀਂ, ਸਿਰਫ ਸਰੀਰ ਦੀਆਂ ਕਿਰਿਆਵਾਂ ਹਨ ਤੇ ਸਰੀਰ ਨੂੰ ਸਾਧ ਲੈਣਾ, ਲੇਕਿਨ ਹਿਰਦੇ ਵਿੱਚ ਕੋਈ ਬ੍ਰਹਮ ਗਿਆਨ ਨਹੀਂ ਹੁੰਦਾ ਹੈ। ਦੇ ਤਨਾ ਫਲ ਕਿਛ ਕਰ ਹੈ ਜੋਏ। ਇਸ ਕਰਕੇ ਭਾਈ ਆਤਮਿਕ ਫਲ, ਬ੍ਰਹਮ ਗਿਆਨ ਰੂਪੀ ਫਲ, ਉਹ ਜਿਹੜੇ ਵੀ ਕੋਈ ਕਰਦੇ ਆ ਉਹਨਾਂ ਨੂੰ ਇਹ ਫਲ ਨਹੀਂ ਮਿਲਦਾ। ਇਹ ਜਿਹੜਾ ਤਪ ਹੈ ਕੋਈ ਇਸ ਤਰ੍ਹਾਂ ਦਾ ਆਤਮਿਕ ਫਲ ਨਹੀਂ ਦਿੰਦਾ ਜੋ ਕਰਦੇ ਹਨ। ਰੋਕ ਕੋ ਕਰਮ ਰਖੀਕ ਜੇ ਕਰਨੀ। ਦੂਜਾ ਹੈ ਰਜੋ ਗੁਣੀ ਤਪ, ਰੋਕ ਕੋ ਕਰਮ। ਮਹਾਰਾਜ ਕਹਿੰਦੇ ਜਿਹੜੇ ਆਪਣੇ ਰਖੀਕ ਨਾਮ ਹੈ ਇੰਦਰੀਆਂ ਦਾ, ਆਪਣੇ ਇੰਦਰੀਆਂ ਨੂੰ ਹੱਠ ਦੇ ਨਾਲ ਮਾੜੇ ਪਾਸਿਓਂ ਰੋਕਣਾ। ਜਿਵੇਂ ਕਿਤੇ ਜਾਂਦਾ ਕਿ ਲੱਗਿਆ ਵੀ ਇੱਥੇ ਮਾੜਾ ਸੁਣੂ, ਕੰਨ ਧੱਕੇ ਨਾਲ ਬੰਦ ਕਰ ਲੈਣੇ, ਤੇ ਜੇ ਕਿਤੇ ਦੇਖਿਆ ਮਾੜਾ ਕੁਝ ਹੋ ਰਿਹਾ ਅੱਖਾਂ ਬੰਦ ਕਰ ਲੈਣੀਆਂ। ਇਸ ਤਰ੍ਹਾਂ ਇੰਦਰੀਆਂ ਨੂੰ ਹੱਠ ਦੇ ਨਾਲ ਰੋਕਣਾ। ਇੱਕ ਹੁੰਦੀ ਹੈ ਸੁਰਤੀ ਵਰਤੀ ਨਹੀਂ ਹੁੰਦੀ ਕਿਸੇ ਦੀ, ਨਾ ਮਾੜਾ ਸੁਣਨ ਦੀ ਰੁਚੀ ਹੈ ਨਾ ਮਾੜਾ ਦੇਖਣ ਦੀ ਰੁਚੀ ਹੈ, ਤੇ ਉਹ ਕੋਈ ਵੀ ਚਾਹੇ ਦੇਖਦਾ ਸੁਣਦਾ ਵੀ ਹੈ ਪਰ ਉਹ ਆਪਣੇ ਅੰਦਰ ਅਸਰ ਨਹੀਂ ਕਰਦਾ। ਲੇਕਿਨ ਜਿਹੜਾ ਰਜੋਗੁਣੀ ਹੈ ਉਹ ਫਿਰ ਹੱਠ ਦੇ ਨਾਲ, ਕਿਉਂਕਿ ਹੱਠ ਯੋਗ ਦੀ ਗੱਲ ਦੱਸ ਰਹੇ ਹੈ। ਮਹਾਰਾਜ ਕਹਿਣ ਲੱਗੇ ਕਿ ਇਹ ਜਾਣੋ ਕਿ ਉਸ ਸਮੇਂ ਜਿਹੜਾ ਹੱਠ ਯੋਗੀ ਹੈ ਨਾ, ਹੱਠ ਯੋਗ ਕਰਨ ਵਾਲਾ ਤਪੀ, ਦੂਜਾ ਤਪ ਹੈ ਰਜੋ। ਰੋਕ ਕੁਕਰਮ ਰਖੀਕ ਜੇ ਕਰਨੀ। ਜਿਹੜੇ ਇੰਦਰੇ ਹਨ ਉਹਨਾਂ ਨੂੰ ਖੋਟੇ ਕਰਮ ਵੱਲੋਂ ਹੱਠ ਨਾਲ ਰੋਕਣਾ ਹੈ। ਰਾਜਸ ਬਿਹੈ ਸੁਕਰਮਨ ਕਰਨੀ। ਰਾਜਸ ਬਿਹੈ ਸੁਕਰਮ, ਇਹ ਹੈ ਭਾਈ ਕਿ ਰਜੋ ਗੁਣੀ ਹੋ ਕੇ ਤਪ, ਕਿ ਉਹਨਾਂ ਨਾਲ ਜਦੋਂ ਵੀ ਇੰਦਰੀਆਂ ਨਾਲ ਕੋਈ ਸ਼ੁਭ ਕਰਮ, ਚੰਗਾ ਦੇਖਣਾ, ਚੰਗਾ ਸੁਣਨਾ, ਇਹ ਕਰਨਾ ਹੈ। ਇਹ ਰਜੋ ਗੁਣੀ ਹੈ ਕਿ ਕਰਨਾ ਹੱਠ ਨਾਲ ਹੈ। ਦੋਹਰਾ ਬਹੁਰ ਸਾਂਤ ਕੀ ਤਪ ਇਹ ਬ੍ਰਿਤ ਟਿਕਾਵਨ ਕੀਨ। ਤੇ ਤੀਜਾ ਹੈ ਸ਼ਾਂਤ ਕੀ ਤਪ, ਉਹ ਹੈ ਮਨ ਕਰਕੇ ਕਿ ਬੈਠ ਜਾਣਾ, ਬੈਠ ਕੇ ਆਪਣੀ ਬਿਰਤੀ ਨੂੰ ਟਿਕਾਉਣਾ, ਬੁਰਨੇ ਜਿਹੜੇ ਹੈ ਉਹਨਾਂ ਨੂੰ ਰੋਕਣਾ। ਇਸ ਤਰ੍ਹਾਂ ਇਹ ਤਪ ਜਿਹੜਾ ਇਹਨੂੰ ਸਤੋ ਗੁਣੀ ਤਪ ਕਿਹਾ ਹੈ। ਨੇਮ ਸੰਤੋਖ ਦੂਜੋ ਲਖੋ ਦ્વੈ ਪ੍ਰਕਾਰ ਸੋ ਚੀਨ। ਹੁਣ ਨੇਮ ਦਾ ਪਹਿਲਾ ਹਿੱਸਾ ਹੋ ਗਿਆ ਤਪ, ਪਹਿਲਾ ਨੇਮ ਤਪ ਹੈ, ਦੂਜਾ ਨੇਮ ਹੈ ਸੰਤੋਖ। ਨੇਮ ਸੰਤੋਖ ਦੂਜੋ ਲਖੋ ਦ્વੈ ਪ੍ਰਕਾਰ ਸੋ ਚੀਨ। ਮਹਾਰਾਜ ਕਹਿੰਦੇ ਰਾਜਾ ਸ਼ਿਵ ਨਾਵੇ ਸੰਤੋਖ ਵੀ 2 ਪ੍ਰਕਾਰ ਦਾ ਹੈ, ਇਹ ਜਾਣ ਲੈ। ਚੌਪਈ ਹਾਥ ਪਦਾਰਥ ਆਵਤ ਨਾਹੀ। ਇੱਕ ਤਾਂ ਉਹ ਸੰਤੋਖੀ ਨੇ ਕਿ ਉਹਨਾਂ ਦੇ ਹੱਥ ਵਿੱਚ ਪਦਾਰਥ ਆਉਂਦਾ ਨਹੀਂ ਹੈ, ਜਿਵੇਂ ਤਿਆਗੀ ਬਣੇ ਹੋਏ ਆ, ਬਹੁਤ ਐਸੇ ਨੇ। ਜਿਵੇਂ ਆਪਾਂ ਸਮਾਜ ਵਿੱਚ ਵੇਖਦੇ ਆ, ਸਾਰੇ ਆਪਾਂ ਨੁਕਸ ਕੱਢਦੇ ਆ ਦੂਜਿਆਂ ਤੋਂ, ਉਹ ਫਲਾਣਾ ਐ ਕਰਦਾ ਢਮਾਣਾ, ਉਹ ਅਸਲ ਵਿੱਚ
ਬਹੁਤੀ ਦੁਨੀਆ ਨੁਕਸ ਉਹ ਕੱਢਦੀ ਹੈ ਜਿਨ੍ਹਾਂ ਨੂੰ ਆਪ ਨੂੰ ਹਜੇ ਉਹ ਕੰਮ ਲਈ ਮੌਕਾ ਨਹੀਂ ਮਿਲਿਆ। ਜਿਵੇਂ ਹੁਣ ਤੁਸੀਂ ਰਾਜਨੀਤੀ ਵਿੱਚ ਵੀ ਆ ਜਾਂ ਹੋਰ ਹੈ, ਤੇ ਉਹ ਕੱਢਦੇ ਨੇ ਵੀ ਫਲਾਣੇ ਨੇ ਇੰਨਾ ਲੁੱਟ ਕੇ ਖਾ ਲਿਆ, ਟਮਕਾਣੇ ਨੇ ਐਂ ਕਰ ਲਿਆ। ਤੇ ਜ਼ਿਆਦਾਤਰ ਉਹ ਦੁਨੀਆ ਜਿਨ੍ਹਾਂ ਨੂੰ ਹਜੇ ਆਪ ਨੂੰ ਮੌਕਾ ਨਹੀਂ ਮਿਲਿਆ, ਵੀ ਜੇ ਕਿਤੇ ਉਹਨਾਂ ਨੂੰ ਮੌਕਾ ਮਿਲ ਜੇ ਉਹ ਹੋ ਸਕਦਾ ਉਹਨਾਂ ਦੇ ਪਿਓ ਹੀ ਨਿਕਲਣ। ਲੇਕਿਨ ਉਹ ਗੱਲ ਆ ਗਈ ਜਿਵੇਂ ਪੁਰਾਣੇ ਸਮੇਂ 'ਚ ਕਹਾਣੀ ਜੀ ਸੁਣਾਉਂਦੇ ਹੁੰਦੇ ਲੂੰਬੜੀ ਦੀ, ਕਿ ਉਹ ਅੰਗੂਰ ਖਾਣ ਗਈ, ਉਹ ਹਾਥੀ ਨਾ ਆਏ ਤੇ ਉਹ ਕਹਿੰਦੀ ਵੀ ਇਹ ਤਾਂ ਖੱਟੇ ਆ। ਅਸਲ ਕਹਾਣੀ ਉਹ ਆ ਕਿ ਉਹ ਹੱਥ ਨਹੀਂ ਆਏ ਉਸਦੇ। ਹਾਥ ਪਦਾਰਥ ਆਵਤ ਨਹੀਂ। ਮਹਾਰਾਜ ਕਹਿੰਦੇ ਪਹਿਲਾ ਸੰਤੋਖੀ ਤਾਂ ਉਹ ਹੈ ਕਿ ਹੱਥ ਉਹਦੇ ਪਦਾਰਥ ਤਾਂ ਆਇਆ ਨਹੀਂ ਹੈ। ਕੋਸ਼ਿਸ਼ ਤਾਂ ਉਹਨੇ ਕੀਤੀ ਪਰ ਹੱਥ 'ਚ ਨਹੀਂ ਆਇਆ ਪਦਾਰਥ। ਹਉ ਸੰਤੋਖੀ ਅਸਮੁਖ ਪ੍ਰਾਹੀ। ਤੇ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਮੈਂ ਸੰਤੋਖੀ ਆ, ਦੇਖੋ ਮੈਂ ਨਹੀਂ, ਪਰ ਮੌਕਾ ਨਹੀਂ ਮਿਲਿਆ। ਇੱਕ ਤਾਂ ਐਸੇ ਸੰਤੋਖੀ ਹਨ ਤਿਸ ਤੈ ਹਿਰਦੈ ਹਰਖ ਨਹਿ ਹੋਏ। ਇਹਦੇ ਨਾਲ ਮਹਾਰਾਜ ਕਹਿੰਦੇ ਐਸਾ ਸੰਤੋਖ ਧਾਰਨ ਦੇ ਨਾਲ ਹਿਰਦੇ ਵਿੱਚ ਆਨੰਦ ਨਹੀਂ ਹੁੰਦਾ ਹੈ। ਤੁਸੀਂ ਦੇਖੋ ਵੀ ਇਹਦੇ ਕੁਦਰਤੀ ਹੈ ਆਨੰਦ ਤਾਂ ਗੁਰਮੁਖੋ ਵਾਹਿਗੁਰੂ ਪਰਮੇਸ਼ਰ ਹੈ, ਜਿਨ੍ਹਾਂ ਕੋਲੇ ਸਭ ਕੁਝ ਹੁੰਦਿਆਂ ਹੋਇਆਂ ਵੀ ਤਿਆਗ ਦੇਣਾ, ਆਨੰਦ ਵਿੱਚ ਰਹਿਣਾ। ਇਹ ਜਿਹੜਾ ਹੈ ਕਿ ਹੱਥ ਪਦਾਰਥ ਆਇਆ ਨਹੀਂ ਤੇ ਲੋਕਾਂ ਨੂੰ ਕਹਿੰਦਾ ਮੈਂ ਇਹਦਾ ਤਿਆਗੀ ਹਾਂ। ਤੇ ਇਸ ਤਰ੍ਹਾਂ ਸੰਤੋਖੀ ਬਣਦਾ, ਲੋਕਾਂ ਨੂੰ ਕਹਿੰਦਾ ਤਿਸ ਤੇ ਹਿਰਦੈ ਹਰਖ ਨਾ ਹੋਏ। ਇਹਦੇ ਨਾਲ ਹਿਰਦੇ ਵਿੱਚ ਅੰਤਸ਼ਕਰਨ ਵਿੱਚ ਆਨੰਦ ਖੁਸ਼ੀ ਨਹੀਂ ਹੁੰਦੀ ਹੈ। ਨਿਜ ਕੀਰਤ ਕੋ ਚਾਹਤ ਸੋਏ। ਉਹ ਸਿਰਫ ਇਸ ਕਰਕੇ ਦੱਸਦਾ ਫਿਰਦਾ ਹੈ ਕਿਉਂਕਿ ਆਪਣੀ ਭਾਈ ਵਡਿਆਈ ਚਾਹੁੰਦਾ ਹੈ। ਦੂਜੇ ਜਥਾ ਲਾਭ ਸੰਤੋਖ। ਦੂਜਾ ਹੁੰਦਾ ਜਥਾ ਲਾਭ ਸੰਤੋਖ ਹੋ ਜਾਣਾ। ਜਥਾ ਲਾਭ ਤਥਾ ਸੰਤੁਸ਼ਟ, ਜੋ ਹੈ ਉਹਦੇ ਤੇ ਸੰਤੁਸ਼ਟ ਹੈ, ਆਨੰਦ ਹੈ, ਇੱਛਾ ਨਹੀਂ। ਦੂਜਾ ਜਿਹੜਾ ਸੰਤੋਖ ਹੈ ਇਹ ਇਸ ਤਰ੍ਹਾਂ ਦਾ ਹੈ। ਇਹ ਭਾਈ ਨੇਮ ਦਾ ਦੂਜਾ ਨੇਮ ਕਹਿ ਲੋ ਲੱਛਣ ਹੈ। ਸੰਤੋਖ ਦੋ ਤਰ੍ਹਾਂ ਦਾ। ਜਿਹੜਾ ਦੂਜਾ ਹੈ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ। ਧਾਰਤ ਹੈ ਜੋਗੀ ਬਿਨ ਦੋਖ। ਇਸ ਤਰ੍ਹਾਂ ਬਿਨਾਂ ਭਾਈ ਦੋਸ਼ ਤੋਂ ਜਿਹੜਾ ਕੋਈ ਜੋਗੀ ਇਸ ਨੂੰ ਧਾਰ ਲੈਂਦਾ ਹੈ। ਕੋਈ ਇਹ ਵੀ ਹੈ ਜਿਹੜੇ ਚੰਗੇ ਜੋਗੀ ਹੈ ਇਸ ਤਰ੍ਹਾਂ ਧਾਰਦੇ ਹਨ। ਵਸਤ ਨ ਪ੍ਰਾਪਤ ਤੋ ਹਰ ਖਾਈ। ਜੇ ਕੋਈ ਵਸਤੂ ਪ੍ਰਾਪਤ ਨਹੀਂ ਵੀ ਹੋਈ ਤਾਂ ਵੀ ਹਰਖ ਭਾਵ ਖੁਸ਼ੀ ਆਨੰਦ ਵਿੱਚ ਹਨ। ਜੇ ਪ੍ਰਾਪਤ ਹੈ ਤੋ ਸੁਖ ਪਾਈ। ਜੇ ਪ੍ਰਾਪਤ ਵੀ ਹੋ ਗਈ ਵਸਤੂ ਫਿਰ ਵੀ ਸੁਖ ਆਨੰਦ ਹੀ ਪਾਉਂਦੇ ਹਨ। ਦੋਹਰਾ ਵਾਹਿਗੁਰੂ ਕੋ ਜਾਪ ਕਰ ਹਰਖੈ ਮਨ ਸੁਖ ਪਾਏ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕਰਕੇ ਭਾਈ ਜਿਹੜਾ ਹੈ ਅੰਦਰ ਖੁਸ਼ ਆਨੰਦ ਰਹਿਣਾ ਤੇ ਉਹ ਮਨ ਦੇ ਵਿੱਚ ਸੁਖ ਪਾਉਂਦੇ ਹਨ। ਤੀਸਰ ਆਸਤਕ ਬੁੱਧ ਹੈ ਗੁਰ ਬਚ ਦ੍ਰਿੜ ਨਿਸ਼ਚਾਏ। ਤੀਜਾ ਜਿਹੜਾ ਨੇਮ ਹੈ ਆਸਤਕ ਬੁੱਧੀ ਰੱਖਣੀ, ਗੁਰੂ ਮਹਾਰਾਜ ਦੇ ਬਚਨਾਂ ਤੇ ਦ੍ਰਿੜ ਨਿਸ਼ਚਾ ਰੱਖਣਾ, ਭਰੋਸਾ ਰੱਖਣਾ ਕਿ ਜੋ ਮਹਾਰਾਜ ਕਹਿੰਦੇ ਹੈ ਉਹ ਸੱਤ ਹੈ। ਇਹ ਭਾਈ ਤੀਜਾ ਨੇਮ ਹੈ। ਚੌਪਈ ਚੌਥੇ ਦਾਨ ਦੇਨ ਕੋ ਦਾਤਾ। ਚੌਥਾ ਹੈ ਦਾਨ ਦੇਣ ਵਾਸਤੇ ਦਾਨੀ ਸੁਭਾਅ ਦਾ ਹੋਣਾ, ਇਹ ਨੇਮ ਬਣਨਾ। ਸੋ ਰਜ ਤਮ ਸਤ ਗੁਣ ਤੈ ਤ੍ਰੈ ਭਾਤਾ। ਤੇ ਇਹ ਵੀ ਅੱਗੇ ਤਿੰਨ ਤਰ੍ਹਾਂ ਦਾ ਹੋ ਗਿਆ। ਜਿਹੜਾ ਭਾਈ ਇੱਕ ਰਜੋਗੁਣੀ, ਤਮੋ ਤੇ ਸਤੋਗੁਣ ਤ੍ਰੈ ਭਾਤ ਦਾ ਹੈ। ਕਲਹਿ ਕ੍ਰੋਧ ਸੋ ਬਿਨ ਸੁਭ ਕਾਲਾ। ਇੱਕ ਹੁੰਦਾ ਵੀ ਕਲਹਿ ਕ੍ਰੋਧ ਤੋਂ ਬਿਨਾ ਸ਼ੁਭ ਸਮੇਂ ਦੇ ਵਿੱਚ। ਦੇਤ ਤਾਮਸੀ ਰੀਤ ਵਿਸਾਲਾ। ਇਹ ਜਿਹੜਾ ਹੈ ਭਾਵ ਬਿਨ ਸ਼ੁਭ ਕਾਲਾ, ਬਿਨਾ ਸ਼ੁਭ ਸਮੇਂ ਤੋਂ ਪਈ ਹੁੰਦੇ ਕਲਹ ਜਾਂ ਕ੍ਰੋਧ ਦੇ ਵਿੱਚ ਉਹ ਕਿਸੇ ਨੂੰ ਕੋਈ ਦੇਣਾ। ਤੇ ਉਹ ਜਿਹੜੇ ਤਮੋ ਗੁਣੀ ਦਾ ਦਾਨੀ ਨੇ। ਦੇਤ ਤਾਮਸੀ ਰੀਤ ਵਿਸਾਲਾ,
ਇਹ ਭਾਈ ਤਮੋ ਗੁਣਾਂ ਦੀ ਵੱਡੀ ਰੀਤ ਹੈ। ਨਿਜ ਜਸ ਹੇਤ ਦੇਤ ਸੋ ਦਾਨਾ। ਦੂਜਾ ਹੁੰਦਾ ਰਜੋਗੁਣੀ ਦਾਨੀ, ਸਿਰਫ ਦਾਨ ਦੇਣਾ ਮੇਰੀ ਵਡਿਆਈ ਹੋਵੇ, ਮੇਰੀ ਕੋਈ ਮਹਿਮਾ, ਆਪਣੇ ਜਸ ਦੇ ਵਾਸਤੇ ਦਾਨ ਦਿੰਦਾ ਹੈ। ਅਹਿ ਰਾਜਸੀ ਫਲ ਲਗ ਜਾਨਾ। ਇਹ ਕਹਿੰਦੇ ਭਾਈ ਰਜੋਗੁਣੀ ਦਾਨ, ਇਹਦਾ ਜਿਹੜਾ ਫਲ ਹੈ ਥੋੜਾ ਹੈ, ਘੱਟ ਹੈ। ਕਰ ਕੈ ਬਿਨ ਸੁਪਾਤਰ ਦੇਖੀ। ਤੇ ਤੀਜਾ ਹੈ ਸਤੋਗੁਣੀ ਦਾਨੀ, ਕਰ ਕੈ ਬਿਨ ਸੁਪਾਤਰ। ਕਹਿੰਦੇ ਭਾਈ ਜਿਹੜਾ ਸਤੋਗੁਣੀ ਹੈ ਨਾ, ਕਰ ਕੈ ਬਿਨ ਸੁਪਾਤਰ ਦੇਖੀ। ਸੁਪਾਤਰ ਦਾ ਭਾਵ ਹੈ ਥੋੜਾ। ਇਸ ਤਰ੍ਹਾਂ ਦਾਨ ਕਰਕੇ ਬੇਨਤੀ ਕਰਨੀ, ਤੇ ਥੋੜੀ ਭਾਵ ਹੁੰਦਾ ਕਈ ਵਾਰ ਹੁੰਦਾ ਕਿ ਦਾਨ ਦੇ ਕੇ ਮੰਗੀ ਬਹੁਤ ਵੱਡੀ ਕਰਤੀ। ਨਹੀਂ, ਜਿਹੜਾ ਕੁਛ ਹੈ ਸੇਵਾ ਕਰਕੇ ਥੋੜਾ ਮੰਗਣਾ। ਇਹੋ ਸੰਤ ਕੀ ਫਲ ਸੋ ਵਸੇਖੀ। ਇਹ ਸਤੋਗੁਣੀ ਦਾਨ ਆ, ਇਹਦਾ ਫਲ ਬਹੁਤਾ ਹੁੰਦਾ ਹੈ ਦੋਹਰਾ। ਵਾਹਿਗੁਰੂ ਕੇ ਜਾਣ ਕੈ ਸਭੈ ਪਦਾਰਥ ਦੇ। ਨਾਲ ਦੀ ਨਾਲ ਅਸਲ ਤੱਤ ਵੀ ਸਮਝਾਉਂਦੇ ਨੇ ਵੀ ਅਸਲ ਵਿੱਚ ਤਾਂ ਭਾਈ ਸਭ ਕੁਝ ਪਰਮੇਸ਼ਰ ਦਾ ਜਾਣ ਕੇ ਸਾਰੇ ਪਦਾਰਥ ਜਿਹੜੇ ਆ ਉਹ ਦਾਨ ਸੇਵਾ ਵਿੱਚ ਲਾਉਣੇ ਆ, ਸਭ ਵਾਹਿਗੁਰੂ ਦੇ ਹਨ। ਤਨਕ ਨ ਆਪਣਾ ਮਾਨਈ ਤਾਹੇ ਅਖੈ ਫਲ ਲੇ। ਇਹਦੇ ਵਿੱਚ ਭੂਰਾ ਵੀ ਆਪਣਾ ਪਨ ਨਹੀਂ ਮੰਨਣਾ ਹੈ, ਥੋੜਾ ਰੰਚਕ ਮਾਤਰ ਵੀ ਆਪਣਾ ਨਹੀਂ ਮੰਨਣਾ। ਤਾਹੇ ਅਖੈ ਫਲ ਲੇ। ਉਹਨਾਂ ਨੂੰ ਭਾਈ ਫਿਰ ਅਖੈ ਨਾਸ਼ ਤੋਂ ਰਹਿਤ ਜਿਹੜਾ ਗਿਆਨ ਫਲ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਚੌਪਈ ਦਰਬ ਕਿਦੋਂ ਵਿਦਿਆ ਕੋ ਦਾਨਾ। ਤੇ ਜਿਹੜਾ ਹੈ ਦਾਨ ਸਾਂਤਕੀ ਪੁਰਸ਼, ਜਿਵੇਂ ਦਾਨ ਵੀ ਕਿੰਨੇ ਤਰ੍ਹਾਂ ਦਾ, ਦਰਬ ਕਿਦੋਂ ਕੋਈ ਧਨ ਦਾ ਦਾਨ, ਕੋਈ ਭਾਈ ਵਿਦਿਆ ਦਾ ਦਾਨ ਹੈ। ਦੇਤ ਸ਼ਾਂਤ ਕੀ ਹੋਇ ਨਿਰਮਾਨਾ। ਜਿਹੜਾ ਸ਼ਾਂਤ ਕੀ ਪੁਰਸ਼ ਹੈ ਉਹ ਨਿਰਮਾਣ ਹੋ ਕੇ, ਨਿਮਰਤਾ ਵਿੱਚ ਹੋ ਕੇ ਦਾਨ ਦਿੰਦਾ ਹੈ। ਤੇ ਕੋ ਫਲ ਹੋਇ ਅਮਿਤ ਵਿਸਾਲਾ। ਉਹਨੂੰ ਫਿਰ ਜਿਹੜਾ ਫਲ ਮਿਲਦਾ ਹੈ ਉਹ ਬਹੁਤ ਜ਼ਿਆਦੇ ਮਿਣਤੀ ਤੋਂ ਰਹਿਤ ਬਹੁਤਾ ਮਿਲਦਾ ਹੈ। ਵੇਦ ਸੰਤ ਭਾਖਤ ਇਸ ਢਾਲਾ। ਵੇਦ ਗ੍ਰੰਥ ਤੇ ਸੰਤ ਪੁਰਸ਼ ਸਾਰੇ ਇਸ ਤਰ੍ਹਾਂ ਕਹਿੰਦੇ ਹਨ। ਪੰਚਮ ਪੂਜਾ ਮਨ ਕਰ ਕਰਨੀ। ਹੁਣ ਪੰਜਵਾਂ ਨੇਮ ਆ ਗਿਆ ਹੈ ਪੂਜਾ ਜਿਹੜੀ ਮਨ ਕਰਕੇ ਕਰਨੀ ਹੈ। ਇੱਕ ਜਿਵੇਂ ਤਨ ਕਰਕੇ ਪੂਜਾ ਹੁੰਦੀ ਹੈ, ਇੱਕ ਮਨ ਕਰਕੇ ਹੁੰਦੀ ਹੈ। ਜਿਵੇਂ ਸਵਾਮੀ ਰਾਮਾਨੰਦ ਜੀ ਸੀ, ਉਹ ਸੀ ਤਾਂ ਜਿਹੜੇ ਸਰਗੁਣ ਦੇ ਪੁਜਾਰੀ, ਪਰ ਮਨ ਕਰਕੇ ਸੀ। ਜਿਵੇਂ ਭਗਵਾਨ ਨੂੰ ਮਨ ਦੇ ਵਿੱਚ ਕਲਪ ਲੈਣਾ, ਮੂਰਤੀ ਕਲਪ ਲਈ, ਮਨ ਦੇ ਵਿੱਚ ਹੀ ਭਗਵਾਨ ਦਾ ਇਸ਼ਨਾਨ ਕਰਾਉਣਾ, ਮਨ ਵਿੱਚ ਹੀ ਫਿਰ ਉਹ ਕਰਨਾ ਸੀ। ਉਹ ਸਤੋਗੁਣੀ ਨਿਰਾਕਾਰ ਦੇ ਨਹੀਂ ਸੀ, ਉਹ ਸੀ ਬ੍ਰਹਮ ਗਿਆਨੀ, ਸਰਗੁਣ ਦੇ ਪਾਸ਼ਕ ਸੀ। ਇਸ ਕਰਕੇ ਉਹ ਸਰਗੁਣ ਰੂਪ ਇੱਕ ਮੂਰਤੀ ਮਨ ਦੇ ਵਿੱਚ ਹੀ ਉਹਨਾਂ ਨੇ ਫਿਰ ਸਾਰਾ ਕੋਈ ਮੁਕਟ ਪਹਿਨਾਉਣਾ, ਮਾਲਾ ਪਹਿਨਾਉਣੀ, ਸਾਰਾ ਕੰਠੀ ਪਹਿਨਾਉਣੀ, ਸਭ ਕੁਝ ਕਰਨਾ। ਤੇ ਇੱਕ ਵਾਰੀ ਇਉਂ ਮਨ ਕਰਕੇ ਪੂਜਾ ਕਰ ਰਹੇ ਸੀ, ਮੂਰਤੀ ਚਿਤਵਲੀ ਮਨ ਵਿੱਚ, ਇਸ਼ਨਾਨ ਕਰਾ ਲਿਆ ਠਾਕੁਰ ਦਾ ਮਨ ਦੇ ਵਿੱਚ ਹੀ ਸਾਰਾ ਬੈਠਿਆਂ ਨੇ। ਤੇ ਫਿਰ ਭਾਈ ਸਾਰਾ ਬਾਣਾ ਪਹਿਨਾਤਾ, ਉਹ ਕੰਠੀ ਪਾਉਣੀ ਭੁੱਲ ਗਏ ਤੇ ਮੁਕਟ ਪਹਿਨਾਤਾ। ਤੇ ਜਦੋਂ ਮੁਕਟ ਪਹਿਨਾਤਾ ਤੇ ਸੋਚਾਂ 'ਚ ਪੈ ਗਏ, ਹੁਣ ਕੰਠੀ ਕਿਵੇਂ ਪਹਿਨਾਵਾਂ ਜੇ ਮੁਕਟ ਪਹਿਨਾ ਕੇ ਲਾਉਣਾ ਨਹੀਂ ਹੈ। ਸੋਚੀ ਜਾਣ ਬੈਠੇ ਮਨ 'ਚ। ਭਗਤ ਕਬੀਰ ਜੀ ਆ ਗਏ। ਭਗਤ ਕਬੀਰ ਜੀ ਆ ਕੇ ਕੋਲੇ ਬੈਠ ਕੇ ਹੌਲੀ ਇੱਕ ਦਿਨੇ ਕਹਿੰਦੇ, ਸਵਾਮੀ ਜੀ ਬਈ ਕੋਈ ਗੱਲ ਨਹੀਂ, ਇਉਂ ਕਰੋ ਕੰਠੀ ਦੀ ਜਿਹੜੀ ਗੰਢ ਜੀ ਉਹ ਖੋਲ ਕੇ ਪਹਿਨਾ ਦਿਓ। ਜਦੋਂ ਇੰਨੀ ਗੱਲ ਹੋਈ, ਕਹਿੰਦੇ ਤੂੰ ਕੌਣ ਹੈ? ਕਹਿੰਦਾ ਜੀ ਮੈਂ ਤੁਹਾਡਾ ਸ਼ਾਗਿਰਦ ਹਾਂ, ਤੁਹਾਡਾ ਚੇਲਾ ਹਾਂ, ਕਬੀਰ ਹਾਂ। ਇਹ ਤੂੰ ਮੇਰਾ ਚੇਲਾ ਕਦੋਂ ਬਣ ਗਿਆ? ਫਿਰ ਦੱਸਦਾ। ਇਉਂ ਅੰਮ੍ਰਿਤ ਵੇਲੇ ਤੁਸੀਂ ਇਹ ਕਿਹਾ ਸੀ, ਉਠੋ ਰਾਮ ਕੇ ਰਾਮ ਕੋ।
ਤੇ ਉਹ ਜਪ ਕਰਕੇ ਇਹ ਗਿਆਨ ਹੋ ਗਿਆ ਕਿ ਅੰਦਰ ਦੀ ਭਗਤ ਕਬੀਰ ਜੀ ਵੀ ਜਾਣਨ ਲੱਗ ਗਏ। ਕਹਤਾ ਵੀ ਸਵਾਮੀ ਜੀ ਵੀ ਇਉਂ ਕਰੋ, ਤੁਸੀਂ ਇਹਦੀ ਗੰਢ ਜੀ ਖੋਲੋ, ਜਿਹੜੀ ਅੜੀ ਜੀ ਹੈ ਉਹ ਖੋਲ ਕੇ ਘੰਟੀ ਪਹਿਨਾ ਦਿਓ, ਮੁਕਟ ਲਾਉਣ ਦੀ ਲੋੜ ਹੀ ਨਹੀਂ ਪੈਣੀ। ਕਹਿਣ ਦਾ ਭਾਵ ਹੈ ਉਹ ਮਨ ਕਰਕੇ ਅੰਦਰੋਂ ਅੰਦਰ ਹੀ ਸੀ ਸਾਰਾ ਕੁਝ, ਕਰਦੇ ਸਰਗੁਣ ਦੀ ਪਾਸ਼ ਨਹੀਂ ਸਨ। ਤੋ ਰਹੋ ਵਿਚਾਰ ਇਸ ਤਰ੍ਹਾਂ ਜਿਹੜਾ ਹੈ ਨਾ ਮਨ ਵਿੱਚ ਕਰਨਾ। ਪੰਚਮ ਪੂਜਾ ਮਨ ਕੀ ਕਰਨੀ, ਇਹ ਮਨ ਕਰਕੇ ਪੰਜਵਾਂ ਨੇਮ ਹੈ, ਮਨ ਕਰਕੇ ਪੂਜਾ ਕਰਨੀ। ਹਿਰਦੈ ਭਾਵਨੀ ਗੁਰ ਮਹਿ ਧਰਨੀ, ਆਪਣੇ ਹਿਰਦੇ ਵਿੱਚ ਭਾਵਨਾ ਗੁਰੂ ਪ੍ਰਤੀ ਧਰਨੀ ਹੈ। ਸਫਲੀ ਪੂਜਾ ਹੋਵਤ ਤਾਂ ਕੀ, ਉਹਦੀ ਫਿਰ ਭਾਈ ਪੂਜਾ ਸਫਲੀ ਹੁੰਦੀ ਹੈ। ਸਦਾ ਭਾਵਨੀ ਸੋ ਮਤ ਜਾਂ ਕੀ, ਜਿਨ੍ਹਾਂ ਦੀ ਮਤ ਸਦਾ ਭਾਵਨਾ ਸ਼ਰਧਾ ਵਿੱਚ ਹੁੰਦੀ ਹੈ। ਦੋਹਰਾ ਛਠਵ ਨੇਮ ਨਿਜ ਗੁਰ ਸ਼ਬਦ, ਤਾਂ ਕਿ ਜੇ ਅਨੁਸਾਰ। ਛੇਵਾਂ ਜਿਹੜਾ ਛਠਮ ਨੇਮ, ਛੇਵਾਂ ਨੇਮ ਹੈ ਨਿਜ ਗੁਰ ਸ਼ਬਦ, ਭਾਈ ਆਪਣੇ ਗੁਰੂ ਦੇ ਸ਼ਬਦ ਉਪਦੇਸ਼ ਦੇ, ਤਾਂ ਕਿ ਜੇ ਅਨੁਸਾਰ, ਗੁਰੂ ਸ਼ਬਦ ਦੇ ਅਨੁਸਾਰੀ ਹੋ ਜਾਣਾ, ਗੁਰੂ ਦੇ ਉਪਦੇਸ਼ ਦੇ ਅਧੀਨ ਹੋ ਕੇ ਚੱਲਣਾ। ਤਿਸ ਹੀ ਕੋ ਪੜ੍ਹ ਹੈ ਸੁਨੈ, ਤਿਸ ਕੋ ਕਰੈ ਵਿਚਾਰ। ਤੇ ਉਸੇ ਨੂੰ ਹੀ ਪੜ੍ਹਨਾ ਸੁਣਨਾ ਤੇ ਗੁਰੂ ਉਪਦੇਸ਼ ਦੀ ਵਿਚਾਰ ਕਰਨੀ। ਚੌਪਈ ਗੁਰੂ ਸਿਧਾਂਤ ਬਿਨਾ ਜੋ ਆਨ, ਉਹ ਕੁਝ ਪੜ੍ਹਨਾ ਹੈ ਜੋ ਗੁਰੂ ਸਿਧਾਂਤ ਦੇ ਮੁਤਾਬਕ ਹੈ, ਭਾਵ ਜੋ ਵੀ ਗ੍ਰੰਥ ਪੜ੍ਹਨੇ ਆ ਜਿਹੜੇ ਗੁਰੂ ਸਿਧਾਂਤ ਦੇ। ਜਿਹੜਾ ਭਾਈ ਗੁਰੂ ਸਿਧਾਂਤ ਤੋਂ ਬਿਨਾ ਹੈ, ਤਿਸ ਕੇ ਬਚਨ ਸੁਨੈ ਨਹਿ ਕਾਨ, ਉਹਨਾਂ ਦੇ ਬਚਨ ਜਿਹੜੇ ਗੁਰੂ ਤੋਂ, ਭਾਈ ਗੁਰੂ ਸਿਧਾਂਤ ਤੋਂ ਹੀਣੇ ਉਲਟ ਨੇ, ਸੰਸਾਰੀ ਗੱਲਾਂ ਹੋਰ ਐਵੇਂ ਕਿ ਨਹੀਂ, ਬਹੁਤ ਹੁੰਦਾ ਨਾ, ਉਹ ਨਹੀਂ ਰੱਬ ਨਹੀਂ ਹੈ, ਕੁਦਰਤ ਸਾਰਾ ਕੁਝ ਕਰਦੀ ਹੈ, ਫਲਾਨਾ ਹੈ, ਬੜਾ ਇੱਥੇ ਦਲੀਲਾਂ ਦੁਨੀਆ 'ਚ ਹੈਗੀਆਂ ਨੇ, ਕੋਈ ਜਿਹੜਾ ਮਰਜ਼ੀ ਦੇਖੋ ਉਹ ਕਹੇ ਵੀ ਬਸ ਹੱਥ ਲਾਓ ਸਹੀ, ਅੰਦਰੋਂ ਬਦਬਾਨੀ ਦਾ ਫੁਆਰਾ ਚੱਲ ਪੈਂਦਾ ਉਹਨਾਂ ਦੇ, ਤੇ ਫਿਰ ਉਹ ਕਿਸੇ ਦੀ ਨਹੀਂ ਸੁਣਦੇ। ਇਸ ਤਰ੍ਹਾਂ ਦੇ ਬਹੁਤ ਨੇ ਜਿਨ੍ਹਾਂ ਨੂੰ ਕਿਸੇ ਨੂੰ ਪੁੱਛ ਲਓ ਹੁਣ ਅੱਜ ਕੱਲ ਜਿੰਨਾ, ਕਿਉਂਕਿ ਇੱਕ ਤਾਂ ਫੋਨਾਂ ਦਾ ਕੰਮ ਹੋ ਗਿਆ, ਅੱਗੇ ਹੁਣ ਕੋਈ ਨਾਮ ਜਪਣ ਵਾਲੇ ਹੁੰਦੇ ਸੀ, ਗੁਰਮੁਖ ਉਪਦੇਸ਼ ਦਿੰਦੇ, ਦੁਨੀਆ ਸੁਣਦੀ ਹੁੰਦੀ ਸੀ। ਹੁਣ ਜਿਹੜੇ ਕੱਖ ਨਹੀਂ ਪਤਾ ਉਹ ਚੱਕੀ ਜਾਂਦੇ ਆ ਫੱਟੇ, ਨਾ ਕਿਤੇ ਗੁਰਬਾਣੀ ਸ਼ੁੱਧ ਪੜ੍ਹਨੀ ਹੁੰਦੀ। ਜਿਹੜੇ ਮੱਥਾ ਟੇਕਣ ਜਾਂਦੇ ਉਹ ਰਜਾਈ ਚੋਂ ਉੱਠਣ ਸਾਰ ਪਹਿਲਾਂ ਮੂੰਹ ਤੋਂ ਬਾਅਦ ਚ ਧੋਂਦੇ ਆ, ਪਹਿਲਾਂ ਉਪਦੇਸ਼ ਦਿੰਦੇ ਨੇ ਫੋਨ ਤੇ ਕੋਈ ਨਾ ਕੋਈ, ਜਿੰਨਾ ਫੇਸਬੁੱਕ ਮੀਡੀਆ ਤੇ। ਇਸ ਕਰਕੇ ਕੋਈ ਸੁਣਦਾ ਨਹੀਂ ਹੈ, ਕਿਉਂਕਿ ਇੱਕ ਤਾਂ ਇਹ ਹੈ ਕਿ ਸਭ ਕੁਝ ਜੇਬ 'ਚ ਹੋ ਗਿਆ, ਕਿਹੜਾ ਕਿਸੇ ਨੇ ਰੋਕਣਾ, ਜੋ ਮਰਜ਼ੀ ਮੂੰਹ ਆਇਆ ਉੱਤੇ ਬੋਲ ਦਿਓ ਨਾ ਦਾ। ਉਹ ਫਿਰ ਕਹਿਣਗੇ ਜੀ ਬੋਲਣ ਦੀ ਆਜ਼ਾਦੀ ਹੈ, ਜੋ ਮਰਜ਼ੀ ਅਸੀਂ ਕਹੀਏ। ਇਹ ਹੈ ਕਿ ਗੁਰੂ ਸਿਧਾਂਤ ਬਿਨਾ ਜੋ ਆਨ, ਜੋ ਗੁਰੂ ਦੇ ਸਿਧਾਂਤ ਤੋਂ ਬਿਨਾ ਹੋਰ ਹੈ। ਤਿਸ ਕੇ ਬਚਨ ਸੁਨੈ ਨਹਿ ਕਾਨ, ਉਹਨਾਂ ਦੇ ਬਚਨ ਭਾਈ ਕੰਨੀ ਨਹੀਂ ਸੁਣਨੇ। ਸਪਤਮ ਪਠੈ ਸੁਨੈ ਜਹ ਰੀਤੀ, ਸੱਤਵਾਂ ਨੇਮ ਹੈ ਜਿਹੜੀ ਪੜ੍ਹਨ ਸੁਣਨ ਦੀ ਜੋ ਰੀਤੀ ਹੈ, ਮਰਿਆਦਾ ਹੈ। ਵਰਤੈ ਤਹ ਅਨੁਸਾਰ ਸੁਪ੍ਰੀਤੀ, ਉਸ ਮਰਿਆਦਾ ਦੇ ਵਿੱਚ ਪ੍ਰੀਤ ਸਹਿਤ ਵਰਤਣਾ ਹੈ। ਬਿਨਾ ਦੰਭ ਗੁਰ ਸ਼ਬਦ ਕਮਾਵਨ, ਬਿਨਾ ਭਾਈ ਦੰਭ ਪਖੰਡ ਕੀਤਿਆਂ ਗੁਰੂ ਸ਼ਬਦ ਨੂੰ ਕਮਾਉਣਾ, ਉਪਦੇਸ਼ ਨੂੰ। ਕਰੈ ਸਦਾ ਹੋਇ ਤਨ ਮਨ ਪਾਵਨ, ਜਿਹੜਾ ਇਸ ਤਰ੍ਹਾਂ ਹਮੇਸ਼ਾ ਕਰਦਾ ਉਹਦਾ ਤਨ ਮਨ ਪਵਿੱਤਰ ਹੋ ਜਾਂਦਾ ਹੈ। ਅਸ਼ਟਮ ਬ੍ਰਿਤ ਸਾਂਤ ਕੀ ਰਾਖੈ, ਅੱਠਵਾਂ ਜਿਹੜਾ ਹੈ ਉਹ ਹੈ ਭਾਈ ਸਤੋ ਗੁਣੀ, ਸ਼ਾਂਤ ਸੁਭਾਅ ਵਾਲੀ ਬ੍ਰਿਤੀ ਸਤੋ ਗੁਣੀ ਰੱਖਣੀ। ਨਿਵ ਚੱਲਣਾ ਮਧਰੀ ਮੁਖ ਭਾਖੈ, ਨਿਮਰਤਾ ਨੀਵੇਂ ਹੋ ਕੇ ਚੱਲਣਾ ਤੇ ਮੁਖੋਂ ਮਿੱਠਾ ਬੋਲਣਾ ਹੈ। ਨਵਮੋ ਨੇਮ ਪਾਠ ਜੋ ਕਰਨਾ, ਨੌਵਾਂ ਨੇਮ ਹੈ ਕਿ ਨੇਮ ਨਾਲ ਜਿਹੜਾ ਪਾਠ ਕਰਨਾ ਹੈ। ਤੇ ਮੈਂ ਅਪਰ ਨ ਬਚਨ ਉਚਰਨਾ, ਜਦੋਂ ਕਰਨਾ ਪਾਠ ਇਹਦੇ ਵਿੱਚ ਹੋਰ ਨਹੀਂ ਫਿਰ ਕੋਈ ਗੱਲਾਂ ਬਾਤਾਂ ਕਰਨੀਆਂ ਹਨ। ਦਸਵੇਂ ਬ੍ਰਹਮ ਹੋਮ ਜੋ ਕਰਾਵੇ,
ਦਸਵਾਂ ਹੈ ਬ੍ਰਹਮ ਹੋਮ ਕਰਨਾ। ਜਿਵੇਂ ਗੁਰੂ ਘਰ ਦੇ ਵਿੱਚ ਲੰਗਰ ਹੈ, ਇਸ ਤਰ੍ਹਾਂ ਭਾਈ ਦਸਵਾਂ ਨੇਮ ਹੈ ਜੋ ਬ੍ਰਹਮ ਦੇ ਨਾਮ ਤੇ ਹੋਮ ਜੋ ਕਰਨਾ। ਉਹ ਕਿਹੜਾ ਹੈ? ਭੁੱਖੇ ਸਿੱਖ ਸੰਤ ਮੁਖ ਪਾਵੈ। ਭਾਈ ਭੁੱਖੇ ਸਿੱਖ ਸਾਧੂ ਸੰਤ ਦੇ ਮੁਖ ਵਿੱਚ ਭੋਜਨ ਪਾਉਣਾ, ਭਾਵ ਛਕਾਉਣਾ। ਇਹ 10 ਤਰ੍ਹਾਂ ਦਾ ਨੇਮ ਹੈ। ਦੋਹਰਾ ਦੁਤੀ ਹੋਮ ਹੈ ਗਿਆਨ ਕਾ, ਰਸ ਰਖੀਕ ਕੋ ਦਰਬ। ਤੇ ਦੂਜਾ ਇਹ ਪਹਿਲਾ ਹੋਮ ਦੇ ਜਿਹੜਾ ਹੋਮ ਹੈ, 10ਵਾਂ ਬ੍ਰਹਮ ਹੋਮ ਜੋ ਕਰਾਵੇ। ਹੋਮ ਵੀ 2 ਤਰ੍ਹਾਂ ਦਾ ਕਹਿੰਦੇ। ਦੂਜਾ ਹੋਮ ਹੈ ਗਿਆਨ ਦਾ, ਦੂਸਰਾ ਹੈ ਰਸ ਰਖੀਕ ਕੋ ਦਰਬ। ਜਿਹੜਾ ਭਾਈ ਰਖੀਕ ਇੰਦਰੀਆਂ ਹਨ, ਇਹਨਾਂ ਦੇ ਰਸਾਂ ਕਸਾਂ ਤੋਂ ਇਹਨਾਂ ਨੂੰ ਦੱਬ ਕੇ ਰੱਖਣਾ ਗਿਆਨ ਦੁਆਰਾ। ਗਿਆਨ ਅਗਨ ਮਹਿ ਹੋਮ ਹੀ ਤਨ ਹੰਤਾਦਿਕ ਸਰਬ। ਜਿਵੇਂ ਬਾਹਰ ਹਵਨ ਕਰਦੇ ਉਹਦੇ ਵਿੱਚ ਕਿੰਨੀ ਚੀਜ਼ ਜਿਹੜੀ ਹਵਨ ਚ ਖਤਮ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਗਿਆਨ ਰੂਪੀ ਹਵਨ ਕਰਨਾ ਹੈ। ਗਿਆਨ ਰੂਪੀ ਅਗਨੀ ਦੇ ਵਿੱਚ ਹੋਮ ਪਾਉਣਾ। ਕਿਹੜਾ? ਤਨ ਦੀ ਹਉਮੈ ਇਤਿਆਦਿਕ। ਇਹ ਸਾਰਾ ਹਵਨ ਕਰ ਦੇਣਾ, ਜਲਾ ਦੇਣਾ ਹੈ ਗਿਆਨ ਪ੍ਰਾਪਤ ਕਰਕੇ। ਚੌਪਈ ਤ੍ਰਿਤੀਯੋ ਅੰਗ ਜੋਗ ਕਾ ਆਸਨ। ਹੁਣ ਇਹ 2 ਅੰਗਾਂ ਦੀ ਗੱਲ ਕਰ ਲਈ, ਯਮ ਤੇ ਨੇਮ। ਤੀਜਾ ਆ ਗਿਆ ਭਾਈ ਜੋਗ ਦਾ। ਮਹਾਰਾਜ ਕਹਿੰਦੇ ਅੰਗ ਹੈ ਆਸਨ। ਵੇਦ ਜੋਗੀਸ਼ਵਰ ਕਰਹੀ ਭਾਸਨ। ਜੋ ਵੇਦ ਇਤਿਆਦਿਕ ਜੋਗੀਸ਼ਵਰ ਵੱਡੇ ਭਾਈ ਜਿਹੜੇ ਜੋਗੀਆਂ ਦੇ ਈਸ਼ਵਰ, ਉਹ ਕਹਿੰਦੇ ਹਨ ਸਿੱਧਾਸਨ ਪਦਮਾਸਨ 2। ਇਹ ਆਸਣ ਕੀ ਹੈ? ਇੱਕ ਸਿੱਧ ਆਸਣ ਹੈ, ਇੱਕ ਪਦਮ ਆਸਣ ਹੈ। 2 ਤਰ੍ਹਾਂ ਦਾ ਹੋ ਗਿਆ। ਆਸਣਾਂ ਦੇ ਨਾਂ ਨੇ ਇਹ, ਸਿੱਧ ਆਸਣ ਤੇ ਪਦਮ ਆਸਣ। 3 ਹੈ ਜੇ ਲੱਛਣ ਸੁਣੀਐ ਸੋ। ਇਹ ਆਸਣ ਦੇ ਅੱਗੇ 2 ਹੋ ਗਏ, ਇਹਨਾਂ ਦੇ ਵੀ ਕਹਿੰਦੇ ਭਾਈ ਲੱਛਣ ਸੁਣ ਲਵੋ। ਛਿਤ ਕੱਛ ਖੋਦ ਮਿਰਦੁਲ ਤ੍ਰਿਣ ਪਾਏ। ਇੱਕ ਤਾਂ ਹੈ ਛਿਤ ਨਾਮ ਧਰਤੀ ਦਾ ਹੈ, ਕਿ ਤਾਂ ਜਿਹੜਾ ਹੈ ਛਿਤ ਕੱਛ ਖੋਜ, ਧਰਤੀ ਜਿਹੜੀ ਹੈ ਪੁੱਟਵਾ ਜਾਂ ਪੁੱਟ ਕੇ ਖੋਦ ਕੇ ਮਿਰਦਲ ਤ੍ਰਿਣ ਪਾਏ। ਮਿਰਦਲ ਨਾਮ ਹੈ ਕੋਮਲ ਜਿਹਾ ਨਰਮ ਨਾਮ ਘਾਹ ਜਿਹਾ, ਉਹਦੇ ਵਿੱਚ ਸਿੱਟ ਲੈਂਦੇ ਸਨ, ਉਹ ਤੇ ਫਿਰ ਬੈਠਦੇ ਸੀ। ਉਹਦੇ ਵਿੱਚ ਕੋਮਲ ਘਾਹ ਪਾ ਕੇ ਬੈਸੈ ਹੈ ਆਸਨ ਬਿਮਲ ਵਿਛਾਏ। ਇਹ ਭਾਈ ਸੋਹਣਾ ਜਿਹੜਾ ਆਸਣ ਹੈ ਘਾਹ ਦਾ, ਉਹ ਜੋਗੀ ਵਿਛਾ ਕੇ ਬੈਠਦੇ। ਮਹਾਰਾਜ ਕਹਿੰਦੇ ਇਹ ਬੈਠ ਜਾਣਾ ਹੋਇ ਪਾਵਨ ਨਹਿ ਅੰਗ ਡੁਲਾਏ। ਇਸ ਤਰ੍ਹਾਂ ਭਾਈ ਆਪਣੇ ਸਰੀਰ ਨੂੰ, ਜਿਹੜਾ ਸਰੀਰ ਦੇ ਅੰਗਾਂ ਨੂੰ ਡਲਾਉਣਾ ਨਹੀਂ ਹੈ, ਉੱਥੇ ਐਨ ਇਕਾਗਰਤਾ ਨਾਲ ਬੈਠ ਜਾਣਾ। ਤੇ ਇਹਦਾ ਜਿਹੜਾ ਸਾਰਾ ਦੱਸਿਆ ਵਿਧੀ ਕੀ ਹੈ। ਬਾਮ ਪੈਰ ਸੋ ਗੁਦਾ ਦਬਾਏ। ਜਿਹੜਾ ਸੱਜਾ ਪੈਰ ਹੈ ਉਹ ਬਿਲਕੁਲ ਹੇਠਾਂ ਰੱਖ ਕੇ ਉੱਪਰ ਬੈਠਣਾ ਹੈ ਉਸਦੇ। ਦੋਹਰਾ ਇੰਦਰੀ ਪਰ ਦਹਿਨੋ ਧਰੈ ਅਗਰ ਨਾਸ ਕਾ ਧਿਆਨ। ਇਹ ਸਿੱਧ ਆਸਣ ਸੀ। ਸੱਜਾ ਪੈਰ ਬਿਲਕੁਲ ਥੱਲੇ ਕਰਕੇ ਉੱਪਰ ਬਹਿੰਦੇ ਸੀ ਜੋਗੀ, ਤੇ ਜਿਹੜਾ ਖੱਬਾ ਸੀ ਉਹ ਬਿਲਕੁਲ ਉੱਪਰ ਆਪਣੇ ਸਾਹਮਣੇ ਐਨ ਪੇਟ ਦੀ ਧੁਨ ਦੇ ਕੋਲ ਉੱਥੇ ਧਰ ਲੈਣਾ। ਇਸ ਤਰ੍ਹਾਂ ਇੰਦਰੀ ਪਰ ਦਹਿਨੋ ਧਰੈ, ਖੱਬਾ ਪੈਰ ਧਰਨਾ। ਅਗਰ ਨਾਸ ਕਾ ਧਿਆਨ, ਤੇ ਫਿਰ ਜਿਹੜਾ ਧਿਆਨ ਰੱਖਣਾ ਉਹ ਬਿਲਕੁਲ ਨਾਸਾਂ ਦੇ ਅੱਗੇ, ਜਿੱਥੇ ਥੋੜਾ ਜਿਹਾ ਉੱਪਰ ਮੱਥੇ ਦੇ, ਜਿੱਥੇ ਆਪਾਂ ਪ੍ਰਵੱਟਿਆਂ ਦਾ ਵਿਚਕਾਰਲਾ ਹਿੱਸਾ ਜੋਗੀ ਕਹਿੰਦੇ ਸੀ, ਇੱਥੇ ਧਿਆਨ ਧਰੋ। ਸਿੱਧ ਆਸਨ ਇਹ ਕੋ ਭਨੈ ਜੋਗੀ ਕਰਤ ਸੁਜਾਨ। ਮਹਾਰਾਜ ਕਹਿੰਦੇ ਭਾਈ ਇਹਨੂੰ ਸਿੱਧ ਆਸਣ ਕਹਿੰਦੇ ਆ। ਇਹ ਜੋਗੀਆਂ ਦਾ ਕਥਨ ਹੈ ਤੇ ਸਿਆਣੇ ਜੋਗੀ ਇਹ ਕਰਦੇ ਹਨ। ਚੌਪਈ ਦਾਏ ਪਗ ਪਰ ਕਰ ਧਰ ਬਾਵਾ। ਹੁਣ ਅੱਗੇ ਜਿਹੜਾ ਹੈ ਦੂਜਾ ਪਦਮਾਸਣ। ਦਾਏ ਪਗ ਪਰ ਕਰ ਧਰ ਕਰ ਬਾਵਾ। ਜਿਹੜਾ ਬੈਠ ਜਾਣਾ ਤੇ ਇੱਕ ਦੇ ਉੱਤੇ ਚੌਂਕੜੀ ਅਲੱਗ-ਅਲੱਗ ਤਰ੍ਹਾਂ ਦੀ ਜਿਵੇਂ ਮਾਰ ਕੇ ਬੈਠਦੇ ਆ, ਦਾਇਆ ਬਾਇਆ। ਸੱਜੇ ਜਿਹੜੇ ਲੱਤ ਥੱਲੇ ਤੇ ਉਹਦੇ ਉੱਤੇ ਖੱਬਾ ਧਰ ਲੈਣਾ ਹੈ। ਇਸ ਤਰ੍ਹਾਂ ਭਾਈ
ਬਾਵੇਂ ਪਰ ਕਰ ਦਹਿਨ ਟਿਕਾਵਾ। ਇਹਨੂੰ ਘੁਮਾ ਕੇ ਨਾ ਵਿੱਚ ਦੀ ਐ ਕੱਢ ਕੇ ਪੈਰ ਜੇ ਸੱਜੇ ਇੱਥੇ ਲੱਤ ਤੇ ਉੱਤੇ ਖੱਬਾ ਪੈਰ ਉੱਪਰ ਲਿਆਉਣਾ ਘੁਮਾ ਕੇ, ਤੇ ਖੱਬੇ ਦੇ ਉੱਤੇ ਘੁਮਾ ਕੇ ਸੱਜਾ ਲਿਆਉਣਾ। ਇਸ ਤਰ੍ਹਾਂ ਵੀ ਹੈ ਤਾਂ ਇਹ ਬੜਾ ਔਖਾ ਜਿਹਾ, ਤੇ ਜੋਗੀ ਜਿਹੜੇ ਸੀ ਗੁਰੂ ਇਹੋ ਜਿਹਾ ਲਾਉਂਦੇ ਸਨ। ਮਹਾਰਾਜ ਕਹਿਣ ਲੱਗੇ ਕਿ ਦਾਏਂ ਪੱਗ ਪਰ ਧਰ ਕਰ ਬਾਵਾਂ, ਸੱਜੇ ਪੈਰ ਦੇ ਉੱਤੇ ਖੱਬਾ ਪੈਰ ਧਰ ਕੇ ਬਾਵੇਂ ਪਰ ਕਰ ਦਹਿਨ ਟਿਕਾਵਾ, ਖੱਬੇ ਦੇ ਉੱਤੇ ਸੱਜਾ ਟਿਕਾਉਣਾ ਹੈ। ਦੋਨੋਂ ਭੁਜਾ ਕੰਡ ਕਰ ਪਾਛੇ, ਤੇ ਫਿਰ ਜਿਹੜੀਆਂ ਦੋਹੇ ਬਾਹਾਂ ਨੇ ਉਹਨਾਂ ਨੂੰ ਐਨ ਕੰਡ ਕਰਕੇ ਉਹਨਾਂ ਨੂੰ ਪਿੱਛੇ ਲੈ ਜਾਣਾ, ਜਿਵੇਂ ਆ ਪਿੱਛੇ ਹੱਥ ਜੋੜ ਲੈਣੇ ਮਗਰ। ਗਹੇ ਅੰਗੂਠੇ ਪੱਗ ਧਿੜ ਆਛੇ, ਉਹ ਘੁਮਾ ਕੇ ਨਾ ਜਿਹੜੇ ਪੈਰਾਂ ਦੇ ਅੰਗੂਠੇ ਐ ਉਹਨਾਂ ਨੂੰ ਚੰਗੀ ਤਰ੍ਹਾਂ ਘੁਮਾ ਕੇ ਉਹ ਫੜ ਲੈਣੇ। ਇਹ ਇਉਂ ਜੋਗੀ ਕਸੂਤਾ ਜਿਹਾ ਆਸਣ ਲਾਉਂਦੇ ਹੁੰਦੇ ਸਨ। ਭਰੂ ਕੋ ਕਿਧੋ ਨਾਸ਼ ਕਾ ਧਿਆਨ, ਭਰੂ ਕੋ ਕਿਧੋ। ਫਿਰ ਕਹਿੰਦੇ ਭਾਈ ਜਿਵੇਂ ਸਵਾਸ ਹੈ, ਭਰੂ ਕੋ ਕਿਧੋ, ਹਾਂ ਭਰੂ ਨਾਮ ਪ੍ਰਵੱਟਿਆਂ ਦਾ ਹੈ, ਕਿਧੋ ਐਨ ਪ੍ਰਵੱਟਿਆਂ ਦਾ ਜਿਹੜਾ ਵਿਚਕਾਰਲਾ ਹਿੱਸਾ ਇੱਥੇ ਨਾਸਾਂ ਦੇ ਉੱਤੇ, ਇੱਥੇ ਧਿਆਨ ਧਰਨਾ। ਕਰ ਬੈਸੇ ਪਦਮਾਸਨ ਜਾਨ, ਇਹਨੂੰ ਪਦਮ ਆਸਣ ਕਿਹਾ। ਇਸ ਤਰ੍ਹਾਂ ਕਹਿੰਦੇ ਜਾਣ ਨੂੰ ਵੀ ਜਿਹੜੇ ਪਦਮ ਆਸਣ ਕਰਕੇ ਬੈਠੇ ਹਨ। ਇਹ ਜਿਹੜਾ ਹੈ ਤੀਜਾ ਕਹਿ ਲੋ ਅੰਗ ਹੈ ਯੋਗ ਦਾ। ਅੰਗ ਚਤੁਰਤੋ ਪ੍ਰਾਣਾਯਾਮ, ਮਹਾਰਾਜ ਕਹਿੰਦੇ ਸ਼ਿਵ ਨਾਮ ਕੇ ਯੋਗ ਦਾ ਚੌਥਾ ਅੰਗ ਹੈ ਪ੍ਰਾਣਾਯਾਮ ਕਰਨਾ। ਉਹ ਸਾਰਾ ਦੱਸਦੇ। ਪੂਰਕ ਕੁੰਭਕ ਰੇਚਕ ਨਾਮ, ਇਹਦਾ ਨਾਂ ਹੈ ਪੂਰਕ, ਕੁੰਭਕ ਤੇ ਰੇਚਕ। ਪੂਰਕ ਤੇ ਕੁੰਭਕ ਜਿਵੇਂ ਸਵਾਸਾਂ ਨੂੰ ਚਾੜਨਾ, ਇਹਨੂੰ ਕਹਿੰਦੇ ਆ ਪੂਰਕ, ਤੇ ਇਹਨੂੰ ਸਵਾਸ ਨੂੰ ਦਸਮ ਦੁਆਰ ਵਿੱਚ ਕੁਝ ਸਮਾਂ ਟਿਕਾਉਣਾ ਉਹਨੂੰ ਕੁੰਭਕ ਕਹਿੰਦੇ ਆ। ਕੁੰਭ ਕਰਨਾ, ਜਿਵੇਂ ਕੁੰਭ ਘੜੇ ਨੂੰ ਕਹਿੰਦੇ ਆ, ਘੜੇ 'ਚ ਪਾਣੀ ਟਿਕਦਾ ਹੈ ਨਾ, ਇਸ ਕਰਕੇ ਕਿਸੇ ਚੀਜ਼ ਨੂੰ ਟਿਕਾਉਣ ਨੂੰ ਕੁੰਭਕ ਕਿਹਾ। ਤੇ ਫਿਰ ਜਿਹੜਾ ਹੈ ਪੂਰਕ, ਕੁੰਭਕ ਔਰ ਰੇਚਕ। ਰੇਚਕ ਹੁੰਦਾ ਹੈ ਕਿ ਜਿਵੇਂ ਇੱਕ ਨਾਸ ਰਾਹੀਂ ਸਵਾਸ ਚਾੜਿਆ, ਕੁਝ ਸਮਾਂ ਟਿਕਾਇਆ, ਦੂਜੀ ਨਾਸਕਾ ਰਾਹੀਂ ਉਹਨੂੰ ਜਿਹੜਾ ਛੱਡਿਆ, ਉਤਾਰਿਆ ਕਹਿ ਲਓ, ਉਹਨੂੰ ਕਹਿੰਦੇ ਆ ਰੇਚਕ ਕਿਰਿਆ। ਇਸ ਤਰ੍ਹਾਂ ਦੀਆਂ ਇਹ 3 ਕਿਰਿਆਵਾਂ ਨੇ। ਗੁਰੂ ਮਹਾਰਾਜ ਕਹਿੰਦੇ ਭਾਈ ਇਉਂ ਜਿਹੜਾ ਹੈ ਇਹ ਸਾਰੀਆਂ ਜਾਣ ਲਓ ਕਿ ਪੂਰਕ, ਕੁੰਭਕ, ਰੇਚਕ ਨਾਮ। ਪ੍ਰਾਣਾਯਾਮ ਦੇ 3 ਨਾਂ ਹਨ। ਬਾਹਰ ਤੇ ਮਨ ਸੁਰਤ ਟਿਕਾਵੇ, ਬਾਹਰੋਂ ਪਹਿਲਾਂ ਤਾਂ ਮਨ ਦੀ ਜਿਹੜੀ ਸੁਰਤੀ ਵਰਤੀ ਆ ਉਹਨੂੰ ਅੰਤਰੀਵ ਟਿਕਾਉਣਾ ਹੈ। ਦਹਿਨੇ ਸੁਰਤੇ ਪ੍ਰਾਣ ਚੜਾਵੇ, ਤੇ ਜਿਹੜੀ ਸੱਜੀ ਨਾਸਿਕਾ ਹੈ ਇਹਨੂੰ ਪੂਰਕ ਕਰਨਾ, ਭਾਵ ਇਹਦੇ ਰਾਹੀਂ ਜਿਹੜਾ ਪ੍ਰਾਣ ਨੇ ਨਾ ਜੋਗੀ, ਜਿਵੇਂ ਸਵਾਸ ਚੜਾਉਂਦੇ ਆ ਪ੍ਰਾਣਾਂ ਨੂੰ, ਜਿਹੜੇ ਜਿਵੇਂ ਦਸਮ ਦੁਆਰ 'ਚ ਟਿਕਾ ਕੇ ਸਟੋਰ ਕਰ ਲੈਂਦੇ ਹੁੰਦੇ ਸਨ। ਇਹ ਹੁਣ ਤਾਂ ਮੈਡੀਕਲ ਤੌਰ ਤੇ ਵੀ ਕੋਸ਼ਿਸ਼ਾਂ ਹੋ ਰਹੀਆਂ ਬੰਦੇ ਦੇ ਸਵਾਸ ਸਟੋਰ ਕਰ ਲਈਏ। ਜੋਗੀ ਐਵੇਂ ਨਹੀਂ ਸੀ 500 ਸਾਲ ਕਿੰਨਾ ਕਿ ਮਹਾਰਾਜ ਨੇ ਜਦੋਂ ਹਰੀਕੇ ਪਿੰਡ ਪਹੁੰਚੇ ਆ, ਉੱਥੇ ਗੁਰਮੁਖੋ 5000 ਸਾਲ ਤੋਂ ਉੱਪਰ ਦੀ ਉਮਰ ਦਾ ਜੋਗੀ ਸੀ। ਮਹਾਰਾਜ ਨੇ ਉਹਦੀ ਉਮਰ ਦੱਸਦੀ। ਹੁਣ ਇੰਨਾ ਸਮਾਂ ਜਿਹੜਾ ਸਰੀਰ, ਉਹ ਕਹਿਣ ਦਾ ਭਾਵ ਹੈ ਸਵਾਸ ਟਿਕਾਈ ਰੱਖੇ ਕਿਸੇ ਚੀਜ਼ ਦਾ। ਕਿਸੇ ਨੂੰ ਮੰਨ ਲਓ 100 ਰੁਪਇਆ ਦੇਤਾ, ਲੈ ਭਾਈ, ਇੱਕ ਨੇ ਬਹੁਤ ਸੰਜਮ ਨਾਲ ਖਰਚਿਆ, ਚਵਾਨੀ ਕਰਕੇ ਉਹਨੇ ਵੱਧ ਟਾਈਮ ਕੱਢ ਲਿਆ। ਇੱਕ ਨੇ ਇੱਕੋ ਦਿਨ ਵਿੱਚ ਹੀ ਸਾਰਾ ਜਾਂ 2 ਦਿਨਾਂ ਵਿੱਚ ਹੀ ਚੰਗੇ ਪਦਾਰਥ ਖਾ ਕੇ ਨਿਬੇੜਤਾ। ਇਹ ਤਾਂ ਹੁਣ ਬਿਰਤੀ ਹੈ। ਇਸੇ ਤਰ੍ਹਾਂ ਸਵਾਸ ਨੇ ਵਾਹਿਗੁਰੂ ਨੇ ਦਿੱਤੇ ਹੈ। ਇਹ ਵਿਸ਼ੇ ਵਿਕਾਰਾਂ 'ਚ ਜਾਂ ਹੋਰ ਕਿਸੇ ਨੇ ਵੱਧ ਗਵਾ ਤੇ, ਕਿਸੇ ਨੇ ਥੋੜੇ, ਕਿਸੇ ਨੇ ਸਾਂਭ ਲਏ। ਲੇਕਿਨ ਗੁਰੂ ਮਹਾਰਾਜ ਨੇ ਇਹ ਗੱਲ ਕਹੀ ਜਦੋਂ ਜੋਗੀਆਂ ਨੇ ਕਿਹਾ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕਿ ਜੇ ਸਾਡੇ ਮੱਤ 'ਚ ਆ ਜਾਓ ਤਾਂ ਉਮਰ ਲੰਮੀ ਹੋ ਜਾਊ। ਉਮਰ ਲੰਮੀ ਆਈ ਸੀ ਸਟੋਰ। ਮਹਾਰਾਜ ਕਹਿੰਦੇ ਫੇਰ ਕੀ ਹੋ ਜਾਊਗਾ? ਮੰਨ ਲਓ 1000 ਸਾਲ, 2000 ਸਾਲ ਹੋ ਵੀ ਗਈ, 500 ਸਾਲ, ਇਹਦੇ ਨਾਲ ਦੱਸੋ ਪ੍ਰਾਪਤੀ ਕੀ ਹੋਈ? ਕੀ ਰੱਬ ਮਿਲੂ? ਵੱਡੀ ਉਮਰ ਹੋਣ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ,
ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵੇ ਬਾਤ ਨਾ ਪੁੱਛੇ। ਕਿ ਗੱਲ ਤਾਂ ਸਾਰੀ ਉੱਥੇ ਆ ਗਈ, ਆਉਣਾ ਤਾਂ ਉਸ ਪਰਮੇਸ਼ਰ ਦੀ ਨਜ਼ਰ ਵਿੱਚ ਹੈ। ਜੇ ਨਜ਼ਰ ਚ ਆ ਗਏ ਠੀਕ ਹੈ, ਜੀਵਨ ਸਫਲ ਹੈ। ਤੇ ਜਿਵੇਂ ਉਹਦੇ ਮਾਲਕ ਦੀ ਖੇਡ ਚੱਲੀ ਜਾਂਦੀ ਉਵੇਂ ਚੱਲੀ ਜਾਵੇ। ਇਹ ਮਹਾਰਾਜ ਕਹਿੰਦੇ ਪ੍ਰਾਣਾਯਾਮ ਹੈ ਪੂਰਕ ਕੁੰਭਕ ਰੇਚਕ ਨਾਮ। ਪਹਿਲੇ ਆ ਗਏ ਵੀ ਬਾਹਰ ਤੇ ਮਨ ਸੁਰਤ ਟਿਕਾਵੇ, ਦਹਿਨੇ ਸੁਰ ਤੇ ਪ੍ਰਾਣ ਚੜਾਵੇ। ਜੋਗੀ ਉਹ ਪ੍ਰਾਣਾਂ ਨੂੰ ਚਾੜਦੇ ਸੀ, ਸੱਜੇ ਸੁਰ ਰਾਹੀਂ ਪ੍ਰਾਣ ਨੂੰ। ਜਿਵੇਂ ਇਹ ਤਾਂ ਨਾਸਕਾ ਹੋ ਗਈਆਂ, ਇੱਥੇ ਗੁਰਮੁਖੋ ਰੀੜ੍ਹ ਦੀ ਹੱਡੀ ਦੇ ਨਾਲ ਇੱਕ ਨਾੜੀਆਂ ਨੇ, ਉਹਨਾਂ ਰਾਹੀਂ ਉਹ ਪ੍ਰਾਣ ਨੂੰ ਚਾੜਦੇ ਹੁੰਦੇ ਸਨ। ਤੇ ਸੱਜੀ ਸੁਰ ਦੇ ਰਾਹੀਂ ਪ੍ਰਾਣ ਚੜਾਉਣੇ। ਖੈਂਚਤ ਦਵਾਦਸ ਮਾਤਰਾ ਜੋਏ। ਤੇ ਉਹ ਖਿੱਚਣੇ ਨੇ ਤੇ ਦਵਾਦਸ ਇਹਦੀਆਂ ਭਾਈ 12 ਮਾਤਰਾ ਹਨ। ਓੰਕਾਰ ਜਪੈ ਤਬ ਸੋਏ। ਫਿਰ ਜੋਗੀ ਨਾਲ ਓੰਕਾਰ ਦਾ ਜਾਪ ਕਰਦੇ ਸੀ। ਜਿਤੇ ਪ੍ਰਾਣ ਅੰਤਰ ਠਹਿਰਾਵੇ। ਜਿੰਨਾ ਸਮਾਂ ਵੀ ਪ੍ਰਾਣ ਜਿਹੜੇ ਨੇ ਅੰਦਰ ਰੋਕ ਲਏ ਜਾਂਦੇ। ਕੁੰਭਕ ਤੇਤੋ ਨਾਮ ਕਹਾਵੇ। ਤੇ ਪਹਿਲਾਂ ਜਦੋਂ ਚਾੜਨਾ ਉਦੋਂ 12 ਮਾਤਰਾ ਨੇ ਓੰਕਾਰ ਦੀਆਂ ਜਪਣ ਦੀਆਂ। ਫਿਰ ਗੁਰਮੁਖੋ ਰੋਕਣਾ ਉੱਥੇ ਪ੍ਰਾਣਾਂ ਨੂੰ, ਅੰਤਰ ਠਹਿਰਾਉਣਾ। ਕੁੰਭਕ ਤੇਤੋ ਨਾਮ ਕਹਾਵੇ। ਰੋਕਣਾ ਕਿਰਿਆ ਨੂੰ ਕੁੰਭਕ ਕਿਹਾ ਹੈ। 24 ਮਾਤਰਾ ਓੰਕਾਰਾ। ਫਿਰ 24 ਮਾਤਰਾ ਓੰਕਾਰ ਦੀਆਂ ਉਚਾਰਨ ਕਰਦੇ। ਜਾਪ ਕਰੈ ਤਹ ਸਮਹਿ ਉਚਾਰਾ। ਤੇ ਉਸ ਸਮੇਂ ਰੋਕ ਕੇ ਪ੍ਰਾਣਾਂ ਨੂੰ ਫਿਰ ਜੋਗੀ ਜਾਪ ਕਰਦੇ ਸਨ। ਬਾਵੇਂ ਸੁਰ ਸਿਉ ਕਰੇ ਉਤਾਰਾ। ਫਿਰ ਭਾਈ ਖੱਬੀ ਸੁਰ ਦੇ ਰਾਹੀਂ ਇਹਨੂੰ ਨਾੜੀ ਰਾਹੀਂ ਇੜਾ ਪਿੰਗਲਾ ਆਰ ਸੁਖਮਨਾ ਤੀਨ ਬਸੈ ਇਕਠਾਈ, ਉਹ ਨਾੜੀਆਂ ਕਹੀਆਂ ਨੇ। ਤੇ ਇਹ ਫਿਰ ਖੱਬੀ ਰਾਹੀਂ ਜਿਹੜਾ ਹੈ ਉਹ ਪ੍ਰਾਣਾਂ ਨੂੰ ਉਤਾਰਨਾ ਹੈ। ਦਵਾਦਸ ਮਾਤਰਾ ਜਪ ਓੰਕਾਰਾ। ਤੇ ਉਤਾਰਨ ਮੌਕੇ ਵੀ 12 ਮਾਤਰਾ ਜਿਹੜਾ ਓੰਕਾਰ ਜਾਪ ਕਰਦੇ ਹਨ। ਰੇਚਕ ਜਾਂ ਕੋ ਨਾਮ ਕਹੀਜੈ। ਮਹਾਰਾਜ ਕਹਿੰਦੇ ਸ਼ਿਵਨਾਵੇ ਨੂੰ ਰੇਚਕ ਕਿਹਾ ਜਾਂਦਾ ਹੈ। ਸਨੇ ਸਨੇ ਜੋ ਛੋਡਨ ਕੀਜੈ। ਇਹ ਹੌਲੀ ਹੌਲੀ ਇਸ ਤਰ੍ਹਾਂ ਉਹਨਾਂ ਨੂੰ ਛੱਡਣਾ, ਪ੍ਰਾਣਾਂ ਨੂੰ ਚਾੜਨਾ, ਉਤਾਰਨਾ, ਰੋਕਣਾ ਹੀ ਕਿਰਿਆ। ਤੈਸੇ ਹੀ ਬਾਏਂ ਤੇ ਦਾਏਂ। ਫਿਰ ਉਦੋਂ ਬਾਅਦ ਉਲਟਾ, ਜਿਵੇਂ ਪਹਿਲਾਂ ਸੱਜੇ ਰਾਹੀਂ ਚਾੜੇ ਤੇ ਖੱਬੇ ਰਾਹੀਂ ਪ੍ਰਾਣ ਉਤਾਰੇ ਰੋਕ ਕੇ, ਫਿਰ ਭਾਈ ਬਾਏਂ ਤੋਂ ਦਾਏਂ ਉਲਟ ਕਿਰਿਆ। ਖੱਬੇ ਰਾਹੀਂ ਚਾੜਨੇ ਤੇ ਇਸ ਤਰ੍ਹਾਂ ਜਿਹੜਾ ਹੈ ਸੱਜੇ ਰਾਹੀਂ ਉਤਾਰਨੇ। ਦਾਏਂ ਤੇ ਬਾਏਂ ਸੋ ਚੜਾਏ। ਇਹੀ ਕਿਰਿਆ ਕਰੀ ਜਾਂਦੇ ਜੋਗੀ ਕਿ ਦਾਏਂ ਫਿਰ ਖੱਬੇ ਤੋਂ ਸੱਜੇ ਰਾਹੀਂ, ਸੱਜੇ ਤੋਂ ਖੱਬੇ ਰਾਹੀਂ ਚੜਾਉਣਾ। ਖੁੱਲ੍ਹੈ ਰਾਹੇ ਤਿਰਕੁਟੀ ਇਸ ਢਾਰਾ। ਇਸ ਤਰ੍ਹਾਂ ਕਰਨ ਨਾਲ ਜਿਹੜੀ ਤਿਰਕੁਟੀ ਦੀ ਰਸਤਾ ਹੈ, ਰਾਹ ਹੈ, ਉਹ ਖੁੱਲਦਾ। ਠਹਿਰੈ ਪ੍ਰਾਣ ਜੇ 10ਵੇਂ ਦੁਆਰਾ। ਇਹ ਮਹਾਰਾਜ ਕਹਿੰਦੇ ਕਿ ਸ਼ਿਵਨਾਵ ਜੇ ਪ੍ਰਾਣ 10ਵੇਂ ਦੁਆਰ ਵਿੱਚ ਰੋਕ ਲਏ ਤਬੈ ਅਨਾਹਦ ਕੀ ਧੁਨ ਖੁੱਲ ਹੈ। ਫਿਰ ਭਾਈ ਅਨਹਦ ਧੁਨੀ ਜਿਹੜੀ ਹੈ ਉਹ ਉੱਥੋਂ ਖੁੱਲ ਜਾਂਦੀ ਹੈ। ਭਾਵ ਅਨਹਦ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਨੇ। ਦਰਸ਼ਨ ਪਰਮ ਜੋਤ ਕੋ ਮਿਲ ਹੈ। ਜਦੋਂ ਅਨਹਦ ਵਾਜੇ ਵੱਜਣੇ ਸ਼ੁਰੂ ਹੋਵੇ ਫਿਰ ਜਿਹੜੀ ਪਰਮ ਜੋਤੀ ਪ੍ਰਕਾਸ਼ ਹੈ ਉਹਦੇ ਦਰਸ਼ਨ ਹੋ ਜਾਂਦੇ ਹੈ। ਝਿਲ ਮਿਲ ਕਾਰ ਮਹਾਨ ਪ੍ਰਕਾਸ਼ਾ। ਤੇ ਬਹੁਤ ਹੀ ਜ਼ਿਆਦੇ ਪ੍ਰਕਾਸ਼ ਝਿਲਮਿਲ ਜਿਹੜੀ ਹੈ ਸਾਰੇ ਹੁੰਦੀ ਹੈ। ਜਹ ਪਿਖ ਹੋਇ ਵਿਸ਼ੇਸ਼ ਸੁਖ ਰਾਸਾ। ਜਿਹਨੂੰ ਵੇਖ ਕਰਕੇ ਵਿਸ਼ੇਸ਼ ਭਾਈ ਸੁੱਖ ਮਿਲਦੇ ਆ, ਸੁੱਖਾਂ ਦੀ ਰਾਸ ਪੂੰਜੀ ਪ੍ਰਾਪਤ ਹੋ ਜਾਂਦੀ ਹੈ। ਇਹ ਹਠ ਯੋਗ ਦੀ ਕਿਰਿਆ ਦੱਸਦੇ ਹੈ ਔਖੀ। ਫਿਰ ਭਗਤ ਯੋਗ ਸਹਿਜ ਯੋਗ ਦੱਸਣਗੇ ਮਹਾਰਾਜ। ਗੁਰੂ ਸਾਹਿਬ ਕਹਿੰਦੇ ਇਹ ਭਾਈ ਜਾਣ ਲਓ ਚੌਥਾ ਹੈ ਪ੍ਰਾਣਾਯਾਮ ਦੋਹਰਾ। ਜਿਉਂ ਜਿਉਂ ਧਰਹਿ ਧਿਆਨ ਕੋ ਤਿਉਂ ਤਿਉਂ ਧੁਨ ਵੱਧ ਜਾਏ। ਜਿਉਂ ਜਿਉਂ ਫਿਰ ਭਾਈ ਤਿਰਕੁਟੀ ਤੇ ਧਿਆਨ ਧਰਦਾ ਹੈ ਤਿਉਂ ਤਿਉਂ ਅਨਹਦ ਦੀ ਧੁਨੀ ਵੱਧਦੀ ਜਾਂਦੀ ਹੈ। ਪੰਚਮ ਅੰਗ ਸੁਜੋਗ ਕੋ ਪ੍ਰਾਤਹ ਰਹਿ ਪਾਏ।
ਪ੍ਰਤਿਆਹਾ ਰਹਿ ਪਾਏ। ਹੁਣ ਪੰਜਵਾਂ ਅੰਗ ਹੈ ਜੋਗ ਦਾ ਪਤਿ ਪ੍ਰਤਿਹਾਰ। ਇਹ ਜਾਣ ਲੋ ਚੌਪਈ ਅੰਗ ਇਸੀ ਕੇ ਜੁਗਲ ਵਿਚਾਰੂ। ਪ੍ਰਤਿਹਾਰ ਵੀ ਕਹਿੰਦੇ, ਇਹਦੇ ਵੀ ਭਾਈ ਦੋ ਅੰਗ ਹਿੱਸੇ ਜਾਣ ਲਓ। ਪ੍ਰਥਮ ਗਿਆਨ ਰਖੀਕ ਸੁਧਾਰੋ। ਪਹਿਲਾ ਹੈ ਗਿਆਨ ਰਖੀਕ ਨਾਮ ਇੰਦਰੀਆਂ ਦਾ, ਗਿਆਨ ਦੁਆਰਾ ਜਿਹੜੇ ਇੰਦਰੀ ਇਹਨਾਂ ਨੂੰ ਸੁਧਾਰਨਾ, ਗਿਆਨ ਦੇਣਾ। ਵਾਹਿਰ ਮੁਖ ਤੇ ਅੰਤਰ ਲਿਆਵਨ। ਇਹਨਾਂ ਜਿਹੜੇ ਇੰਦਰੀ ਨੇ ਬਾਹਰ ਮੁਖੀ ਹੈ, ਇਹਨਾਂ ਨੂੰ ਅੰਤਰੀਬ ਲੈ ਕੇ ਆਉਣਾ। ਬਾਹਰ ਫੁਰਨਿਆਂ ਕਰਕੇ ਜਾਂਦੇ ਆ, ਫਿਰ ਇਹਨਾਂ ਨੂੰ ਅੰਤਰ ਲਿਆਉਣਾ ਹੈ। ਨਿਜਾਨੰਦ ਮਹੁ ਕਰਹਿ ਟਿਕਾਵਨ। ਤੇ ਇਹਨੂੰ ਨਿਜਾਨੰਦ, ਨਿਜਾਨੰਦ ਕਹਿੰਦੇ ਨੇ ਨਿਜ ਆਨੰਦ। ਅੰਤਰੀਵ ਅੰਦਰ ਦੇ ਨਿਜ ਆਨੰਦ ਵਿੱਚ ਇਸ ਇੰਦਰੀਆਂ ਦੇ ਵੇਗ ਨੂੰ ਟਿਕਾਉਣਾ ਹੈ। ਦੁਤੀਓ ਅੰਗ ਸੁਨਹੁ ਚਿਤ ਲਾਏ। ਦੂਜਾ ਪ੍ਰਤਿਹਾਰ ਦਾ ਜਿਹੜਾ ਹੈ ਅੰਗ, ਉਹ ਭਾਈ ਹਿੱਸਾ ਚਿਤ ਲਾ ਕੇ ਸੁਣ ਲਓ। ਅਸਨ ਜੋ ਰਾਜਤਮ ਜੁਗਲ ਤਜਾਏ। ਇਹ ਕੀ ਹੈ? ਕਹਿੰਦੇ ਅਸਨ, ਅਸਨ ਨਾਮ ਭੋਜਨ ਦਾ, ਰਾਜਤਮ ਰਜੋ ਤੇ ਤਮੋ। ਰਜੋ ਗੁਣੀ ਵੀ ਤਮੋ ਗੁਣੀ ਵੀ ਦੋਨੇ ਤਰ੍ਹਾਂ ਦੇ ਭੋਜਨਾਂ ਦਾ ਤਿਆਗ ਕਰ ਦੇਵੇ। ਰਜੋ ਗੁਣੀ ਇਹ ਤਾਂ ਹੁਣ ਸਮਝ ਗਏ ਨਾ, ਤਮੋ ਗੁਣੀ ਖਾਣੇ ਕਹੇ ਜੇ ਆ, ਰਜੋ ਗੁਣੀ ਕੀ ਹੈ? ਇਹ ਭੋਜਨਾਂ ਦਾ ਤਿਆਗ ਕਰ ਦੇਣਾ ਹੈ। ਤਮੋ ਗੁਣੀ ਤਾਂ ਜਿਹੜੇ ਬਹੁਤ ਜ਼ਿਆਦੇ ਮਸਾਲੇ, ਮਾਸ ਹੋਰ ਇਹੋ ਜਿਹੇ ਤਮੋ ਗੁਣੀ ਹੁੰਦੇ ਆ। ਰਜੋ ਗੁਣੀ ਹੁੰਦੇ ਆ ਜਿਹੜਾ ਭਾਵ ਹੋਰ ਤਰ੍ਹਾਂ ਤਰ੍ਹਾਂ ਦਾ ਅੰਨ ਪਦਾਰਥ ਹੋ ਗਏ, ਮਿੱਠਾ ਕੀ ਹੋਰ, ਇਹਨੂੰ ਰਜੋ ਗੁਣੀ ਭੋਜਨ ਕਿਹਾ। ਤੇ ਸਤੋ ਗੁਣੀ ਹੁੰਦਾ ਬਿਲਕੁਲ ਸਾਦਾ। ਮਹਾਰਾਜ ਕਹਿੰਦੇ ਭਾਈ ਦੂਜਾ ਅੰਗ ਵੀ ਸੁਣ ਲਓ। ਅਸਨ ਸੁਰਾਜ ਤਮ ਜੁਗਲ ਤਜਾਏ। ਇਹਨਾਂ ਦੋਵਾਂ ਨੂੰ ਜੁਗਲ ਨਾਮ ਦੋਂਦ ਹੈ, ਇਹ ਦੋਨਾਂ ਭੋਜਨਾਂ ਨੂੰ ਛੱਡ ਦੇਣਾ ਹੈ। ਸਤੋ ਗੁਣੀ ਲਹਿ ਅਲਪ ਆਹਾਰੰ। ਤੇ ਸਤੋ ਗੁਣੀ ਹੋ ਕੇ ਜਿਹੜਾ ਸਤੋ ਗੁਣੀ ਅਲਪ ਆਹਾਰ, ਥੋੜਾ ਭੋਜਨ ਛਕਣਾ ਹੈ। ਪ੍ਰਤਿਹਾਰ ਸੋ ਨੀਕ ਵਿਚਾਰਨ। ਇਹਨੂੰ ਭਾਈ ਸਹੀ ਰੂਪ ਵਿੱਚ ਪੰਜਵਾਂ ਅੰਗ ਜੋਗ ਦਾ ਪ੍ਰਤਿਹਾਰ ਜਾਣ ਲਓ, ਵਿਚਾਰ ਲਓ। ਖਸ਼ਟਮ ਅੰਗ ਧਾਰਨਾ ਮਾਨੋ। ਛੇਵਾਂ ਅੰਗ ਜੋਗ ਦਾ ਧਾਰਨਾ ਹੈ, ਉਹ ਮੰਨ ਲਓ। ਤੇ ਪ੍ਰਤੀਬਿੰਬ ਸੰਕਲਪ ਹੈ ਜਾਨੋ। ਇਹਦਾ ਭਾਈ ਜਾਣੋ ਪ੍ਰਤੀਬਿੰਬ, ਜਿਵੇਂ ਪ੍ਰਤੀਬਿੰਬ ਹੁੰਦਾ ਅਸਲ ਚੀਜ਼ ਦਾ ਕਿਤੇ ਹੋਰ ਪ੍ਰਕਾਸ਼ ਪੈਣਾ, ਉਹਨੂੰ ਪ੍ਰਤੀਬਿੰਬ ਕਿਹਾ ਜਾਂਦਾ ਹੈ। ਪਰਛਾਵੇਂ ਨੂੰ ਵੀ ਕਹਿ ਦਿੰਦੇ ਆ। ਇਹ ਸੰਕਲਪ ਜਾਣਨਾ। ਤੇ ਪੁਨ ਪੁਨ ਕਰੈ ਹਟਾਵਨ। ਉਹ ਤੋਂ ਭਾਈ ਹੌਲੀ ਹੌਲੀ ਇਹ ਜਿਹੜਾ ਹੈ ਮਨ ਨੂੰ ਹਟਾਉਣਾ ਹੈ। ਜਿਵੇਂ ਸੰਕਲਪ ਜਿਹੜੇ ਆ ਪ੍ਰਤੀਬਿੰਬ, ਪ੍ਰਤੀਬਿੰਬ ਦਾ ਭਾਵ ਦੇਖੋ ਤੁਸੀਂ ਸਮਝੋ, ਕਿਸੇ ਚੀਜ਼ ਵਿੱਚੋਂ ਆਪਾਂ ਨੂੰ ਅਕਸ ਕਹਿਣਾ ਦੱਸਣਾ। ਵਸਤੂ ਕਿਤੇ ਹੋਰ ਆ, ਉਹਦਾ ਅਕਸ ਕਿਤੇ ਹੋਰ ਦਿਖਦਾ। ਜਿਵੇਂ ਸਤਿਚਿਤ ਆਨੰਦ ਸੁੱਖ ਹੈ, ਉਹ ਹੈ ਤਾਂ ਪਰਮੇਸ਼ਰ 'ਚ, ਪਰ ਪਰਮੇਸ਼ਰ ਦਾ ਜਿਹੜਾ ਅਕਸ ਹੈ ਉਹ ਪਦਾਰਥਾਂ ਤੇ ਪੈਂਦਾ। ਇਸ ਕਰਕੇ ਸਾਨੂੰ ਐਂ ਲੱਗਦਾ ਉਹ ਪਦਾਰਥ ਮਿਲ ਜੇ ਮੈਂ ਸੁਖੀ ਹੋ ਜੂ, ਇਹੋ ਜਿਹਾ ਕੁਛ ਮੇਰੇ ਕੋਲੇ ਹੋ ਜੇ ਮੈਂ ਸੁਖੀ ਹੋ ਜੂ, ਆਹ ਮੇਰੇ ਕੋਲੇ ਵਾਹਨ ਹੋ ਜਾਣ ਮੈਂ ਸੁਖੀ ਹੋ ਜੂ, ਫਲਾਣੀ ਜਗ੍ਹਾ ਮੈਂ ਚਲੇ ਜਾ ਮੈਂ ਸੁਖੀ ਹੋ ਜੂ। ਇਹ ਪ੍ਰਤੀਬਿੰਬ ਹੈ, ਤੇ ਪਰ ਹੁੰਦੇ ਨਹੀਂ ਸੁਖੀ ਦੁਨੀਆ। ਆਪਾਂ ਦੇਖਦੇ ਹਾਂ ਦੁਖੀ ਤੋਂ ਦੁਖੀ ਪਏ ਆ। ਬਹੁਤ ਪੈਸੇ ਵਾਲੇ ਦੁਖੀ ਆ, ਜਿਨ੍ਹਾਂ ਕੋਲੇ ਨਹੀਂ ਪੈਸਾ ਉਹ ਕਹਿੰਦਾ ਬਹੁਤ ਪੈਸਾ ਆ ਜੇ ਮੈਂ ਸੁਖੀ, ਜਿਨ੍ਹਾਂ ਕੋਲੇ ਆ ਗਿਆ ਉਹ ਕਹਿੰਦੇ ਸਾਡੇ ਜਿੰਨਾ ਦੁਖੀ ਕੋਈ ਨਹੀਂ। ਫਿਰ ਉਹ ਗੱਲ ਲਿਆ ਕੇ ਮੁੱਕਦੀ ਇੱਥੇ ਹੀ ਹੈ ਕਿ ਪਰਮੇਸ਼ਰ ਦੇ ਨਾਮ ਵਿੱਚ ਸੁੱਖ ਹੈ। ਤੇ ਇਹ ਜਿਹੜਾ ਪਦਾਰਥ ਦੇ ਵਿੱਚ ਸੁੱਖ ਪਾਲਣਾ ਇਹ ਪ੍ਰਤੀਬਿੰਬ ਹੈ। ਇਹਦੇ ਸੰਕਲਪ ਜਾਣ ਲਓ ਭਈ। ਇਹਦੇ ਚ ਕਹਿੰਦੇ ਤੇ ਪੁਨ ਪੁਨ ਕਰੈ ਹਟਾਵਨ। ਇਧਰੋਂ ਧਿਆਨ ਨੂੰ ਹੌਲੀ ਹੌਲੀ ਹਟਾਉਣਾ ਹੈ। ਜੋਰ ਹੈ ਧਿਆਨ ਵਿਖੈ ਮਨ ਪਾਵਨ। ਜਿਹੜਾ ਭਾਈ ਬਿਰਤੀ ਹੈ ਨਾ, ਉਹ ਧਿਆਨ ਵਿੱਚ ਮਨ ਨੂੰ ਪਵਿੱਤਰ ਕਰਕੇ ਅੰਤਰੀਵ ਜੋੜਨੀ ਹੈ। ਇਹ ਛੇਵਾਂ ਅੰਗ ਹੈ। ਸਪਤਮ ਅੰਗ ਜੋਗ ਕਾ ਧਿਆਨ। ਇਉਂ ਜਿਹੜਾ ਹੈ ਇਹਨੂੰ ਧਾਰਨਾ ਕਿਹਾ ਛੇਵਾਂ। ਸੱਤਵਾਂ ਅੰਗ ਹੈ ਮਹਾਰਾਜ ਕਹਿੰਦੇ ਜੋਗ ਦਾ ਹੋਇਆ ਧਿਆਨ। ਸੋ ਬਾਹਰ ਮੁਖ ਧਿਆਨ। ਹਾਂ, ਸਪਤਮ ਅੰਗ ਜੋਗ ਕਾ ਧਿਆਨ। ਸੱਤਵਾਂ ਅੰਗ ਮਹਾਰਾਜ ਕਹਿੰਦੇ ਸ਼ਿਵ ਨਾਮ ਜੋਗ ਦਾ ਧਿਆਨ ਹੈ। ਦ્વੈ ਪ੍ਰਕਾਰ ਕਾ ਲਖੋ ਸੁਜਾਨ।
ਇਹ ਵੀ ਹੈ ਸਿਆਣੇ ਪੁਰਸ਼ਾ, ਦੋ ਤਰ੍ਹਾਂ ਦਾ ਧਿਆਨ ਹੈ। ਜੇ ਤੂੰ ਇਹ ਦੋ ਤਰ੍ਹਾਂ ਦਾ ਕਿਹਾ ਜਾਂਦਾ ਉਹ ਜਾਣ ਲੈ। ਗੁਰਮੂਰਤ ਕਾ ਧਰੈ ਜੋ ਧਿਆਨਾ, ਇੱਕ ਹੈ ਗੁਰੂ ਦੀ ਮੂਰਤੀ ਦਾ ਜੋ ਧਿਆਨ ਧਰਨਾ। ਗੁਰੂ ਸਾਹਿਬ ਦੀ ਮੂਰਤੀ, ਜਿਵੇਂ ਤਾਂ ਗੁਰੂ ਸ਼ਬਦ ਸਰੂਪ ਹੋ ਗਿਆ, ਇੱਕ ਗੁਰਮੁਖੂ ਜਿਵੇਂ ਕਿਸੇ ਵੱਖਰੀ ਮੂਰਤ ਦਾ ਕੋਈ ਸੰਕਲਪ ਮਨ ਵਿੱਚ ਧਿਆਨ ਧਾਰ ਲੈਣਾ। ਇਹ ਇੱਥੇ ਜਿਵੇਂ ਆਪਾਂ ਨੂੰ ਕਿਹਾ ਗੁਰਮੂਰਤ ਗੁਰ ਸ਼ਬਦ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸਾਨੂੰ ਇਹ ਉਪਦੇਸ਼ ਹੈ ਗੁਰਮਤਿ ਦਾ। ਲੇਕਿਨ ਉਹ ਮੂਰਤੀ ਭਾਵ ਹੈ ਕੋਈ ਸੰਕਲਪ ਆਪਣਾ ਗੁਰੂ ਇਸ਼ਟ ਦੀ ਮੂਰਤੀਆਂ, ਜਿਵੇਂ ਸਨਾਤਨ ਵਿੱਚ ਮੂਰਤੀਆਂ ਬਣੀਆਂ ਹਿੰਦੂ ਧਰਮ ਵਿੱਚ, ਕੋਈ ਇੱਕ ਵਿਸ਼ੇਸ਼ ਤਰ੍ਹਾਂ ਦੀ ਮੂਰਤੀ ਦਾ ਧਿਆਨ ਧਰ ਲੈਣਾ ਸਰਵਗੁਣੀ ਦੇ ਵਿੱਚ, ਫਿਰ ਇਹ ਰੁਕਾਵਟ ਹੋ ਜਾਂਦੀ। ਅਸਲ ਵਿੱਚ ਉਹ ਫਿਰ ਬ੍ਰਹਮ ਨਿਰਾਕਾਰ ਚ ਵਰਤੀ ਜਾਂਦੀ ਨਹੀਂ ਹੈ। ਕਿਉਂਕਿ ਜਦੋਂ ਜੇ ਪੂਜਾ ਪੂਰੀ ਵੀ ਹੋ ਜੇ ਨਾ ਸਤੋਗੁਣੀ ਵਿੱਚ ਤਾਂ ਧਿਆਨ ਉਹ ਫਿਰ ਜਿੱਥੇ ਤੱਕ ਉਹ ਮੂਰਤੀ ਉੱਥੇ ਤੱਕ ਜਾ ਕੇ ਧਿਆਨ ਅੜਕ ਜਾਂਦਾ, ਉਦੋਂ ਗਾਹਾਂ ਦਾ ਜਾਣਾ ਨਹੀਂ ਹੈ। ਤੇ ਫਿਰ ਉਹ ਇਹ ਜਾਣੋ ਕਿ ਉਸ ਮੂਰਤ ਨੂੰ ਮਨ ਵਿੱਚੋਂ ਤੋੜਨਾ ਬੜਾ ਔਖਾ ਹੈ। ਨਿਰਾਕਾਰ ਦੇ ਵਿੱਚ ਜੇ ਜੋੜਨੀ ਹੈ ਫਿਰ ਉਹਨੂੰ ਬਹੁਤ ਸਮਾਂ ਲੱਗ ਜਾਂਦਾ ਹੈ, ਬਿਰਤੀ ਰੁਕ ਜਾਂਦੀ ਹੈ ਨਾ। ਹਾਂ, ਮਹਾਰਾਜ ਕਹਿੰਦੇ ਕਿ ਜਾਣੋ ਜਿਹੜਾ ਦੋ ਤਰ੍ਹਾਂ ਦਾ ਹੈ ਧਿਆਨ, ਗੁਰਮੂਰਤ ਕਾ ਧਰੈ ਜੋ ਧਿਆਨਾ, ਜੋ ਭਾਈ ਗੁਰਮੂਰਤ ਦਾ ਧਿਆਨ ਧਰਦਾ, ਭਾਵ ਆਪਣੇ ਇੱਥੇ ਗੁਰ ਦਾ ਭਾਵ ਇਸ਼ਟ, ਸੋ ਬਾਹਰ ਮੁਖ ਧਿਆਨ ਬਖਾਨਾ। ਉਸ ਧਿਆਨ ਨੂੰ ਸ਼ਿਵ ਨਾਭ ਬਾਹਰ ਮੁਖੀ ਧਿਆਨ ਕਿਹਾ ਹੈ। ਗੁਰ ਕੈ ਸ਼ਬਦ ਵਿਖੈ ਜੋ ਜੋਰਾ, ਦੂਜਾ ਹੈ ਧਿਆਨ ਕਿ ਗੁਰੂ ਦੇ ਸ਼ਬਦ ਵਿੱਚ ਜੋ ਗੁਰੂ ਨੇ ਕਿਹਾ, ਜਿਵੇਂ ਆਪਾਂ ਨੂੰ ਬਚਨ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਕਹਿੰਦਾ ਇਹਦੇ ਵਿੱਚ ਧਿਆਨ ਜੋੜ ਲੈਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼, ਇਹ ਭਾਵ ਆਪਾਂ ਆਪਣੇ ਤੇ ਲਾ ਕੇ ਗੱਲ ਕਰ ਲਈਏ ਕਿ ਜੇ ਹੁਣ ਉਪਦੇਸ਼ ਨੂੰ ਗੁਰਮੁਖੋ ਧਿਆਨ ਧਰਦੇ ਨਹੀਂ, ਮਨ ਚ ਵਸਾਉਂਦੇ ਨਹੀਂ, ਤੇ ਇਕੱਲਾ ਫੋਟੋ ਨੂੰ ਲਈ ਫਿਰੋ, ਫਿਰ ਕੀ ਹੋਊਗਾ? ਉਹਦਾ ਫਿਰ ਚਿੱਤਰ ਬਣ ਗਿਆ ਨਾ, ਇੱਕ ਆਕਾਰ ਬਣ ਗਿਆ। ਤੇ ਨਿਰਾਕਾਰ ਨਾਲ ਤਾਂ ਬਿਰਤੀ ਤਾਂ ਜੁੜੂ ਜੇ ਆਕਾਰ ਤੋਂ ਉੱਪਰ ਉੱਠੂਗੀ। ਅਸੀਂ ਆਕਾਰ ਨੂੰ ਧਾਰ ਕੇ ਬੈਠ ਗਏ ਤਾਂ ਫਿਰ ਨਿਰਾਕਾਰ ਤੱਕ ਕਿਵੇਂ ਬਿਰਤੀ ਜਾਵੇਗੀ? ਸਮਝਣ ਵਾਲੇ ਤੁਸੀਂ ਸਮਝ ਗਏ ਇੰਨੀ ਗੱਲ ਨਾਲ ਹੀ। ਸੋ ਬਾਹਰ ਮੁਖ ਧਿਆਨ ਬਖਾ, ਜਿਹੜਾ ਗੁਰਮੂਰਤੀ ਹੈ ਧਿਆਨ ਉਹ ਬਾਹਰ ਮੁਖੀ ਹੈ। ਗੁਰ ਕਾ ਸ਼ਬਦ ਵਿਖੈ ਜੋ ਜੋੜਾ, ਜੋ ਭਾਈ ਗੁਰੂ ਦੇ ਸ਼ਬਦ ਵਿੱਚ ਜੋੜ ਲਈ ਬਿਰਤੀ। ਨਾਭੀ ਹਿਰਦੈ ਕੇ ਨਾਸਾ ਊਰਾ, ਫਿਰ ਇਹ ਹੈ ਨਾਭੀ ਧੁਨ, ਜਿਹੜੀ ਆਪਣੀ ਧੁਨੀ ਨਾਭ, ਹਿਰਦਾ ਜਾਂ ਕਿ ਨਾਸਾ ਨੱਕ ਦਾ ਊਰ, ਕੈ ਭ੍ਰਕੂ ਕੈ ਦਸਵੈਂ ਦੁਆਰਾ। ਇਸ ਤਰ੍ਹਾਂ ਕੈ ਭ੍ਰਕੂ ਜੋਗੀ ਜਿਹੜੇ ਸੀ ਉਹ ਫਿਰ ਭ੍ਰਕੂ ਪ੍ਰਵੱਟਿਆਂ ਦੇ ਵਿੱਚ ਤੇ 10ਵੇਂ ਦੁਆਰ ਵਿੱਚ। ਧਰੈ ਅਨਾਹਦ ਧੁਨ ਕੋ ਧਾਰਾ, ਧਰੈ ਅਨਾਹਦ, ਅਨਾਹਦ ਧੁਨੀ ਦੀ ਧਾਰਾ ਨੂੰ ਜੋਗੀ ਜਿਹੜੇ ਆ ਉਹ ਧਾਰਦੇ ਸੀ। ਜਬੈ ਅਨਾਹਦ ਪੁਨ ਖੁੱਲ ਜਾਵੇ, ਉਹ ਜੋਗੀਆਂ ਦੇ ਆਪ ਦੇ ਨਾਦ ਸੀ। ਆਪਾਂ ਤਾਂ ਇਸ ਵਿਸ਼ੇ ਨੂੰ ਆਪਣੇ ਮਤਲਬ ਨਾਲ ਸਮਝਣਾ ਹੈ ਨਾ। ਜੋਗੀਆਂ ਦਾ ਹੋਰ ਸੀ ਉਹ ਨਾਦ ਸ਼ਬਦ, ਉਹ ਜਿਵੇਂ ਉਹ ਤਾਂ ਕਿਸੇ ਸ਼ਬਦ ਦਾ ਕੋਈ ਸਾਜ਼ ਦਾ ਸ਼ਬਦ ਲੈ ਲਿਆ, ਉਹਦੇ ਤੇ ਧਿਆਨ ਧਰ ਲਿਆ, ਕਿੰਗਰੀ ਵਗੈਰਾ ਵਜਾਈ ਜਾਣੀ ਹੋਰ। ਤੇ ਮਹਾਰਾਜ ਕਹਿਣ ਲੱਗੇ ਕਿ ਇਸ ਤਰ੍ਹਾਂ ਜਦੋਂ ਭਾਈ ਕੈ ਭ੍ਰਕੋ ਕੈ ਦਸਵੇਂ ਦੁਆਰਾ, ਕੋਈ ਇਹ ਜਾਣੋ ਕਿ ਪ੍ਰਵੱਟੇ ਆ ਜਾਂ 10ਵੇਂ ਦੁਆਰ ਵਿੱਚ ਧਿਆਨ ਧਰਦਾ, ਧਰੈ ਅਨਾਹਦ ਧੁਨ ਕੋ ਧਾਰਾ, ਤੇ ਅਨਾਹਦ ਧੁਨ ਦਾ ਧਿਆਨ ਧਾਰਦਾ। ਜਬੈ ਅਨਾਹਦ ਪੁਨ ਖੁੱਲ ਜਾਵੇ, ਜਦੋਂ ਫਿਰ ਕਿਸੇ ਦੀ ਫਿਰ ਅਨਾਹਦ ਧੁਨੀ ਉਹ ਖੁੱਲ ਜਾਂਦੀ ਹੈ। ਕਿਦੋਂ ਜੋਤ ਕੋ ਧਿਆਨ ਲਗਾਵੇ, ਜਾਂ ਫਿਰ ਕੋਈ ਕਿਸੇ ਜੋਤ ਦਾ ਧਿਆਨ ਲਾਉਂਦਾ ਹੈ, ਫਿਰ ਉਹ ਕੋਈ ਅੰਤਰੀਵ ਜੋਤੀ ਦਾ ਪ੍ਰਕਾਸ਼ ਦਾ ਧਿਆਨ ਲਾਉਂਦਾ ਹੈ। ਇਹੋ ਅੰਤਰਕ ਮਨ ਮੋਹ ਪਹਿਚਾਨੋ, ਇਹ ਜਾਣ ਲਓ ਕਿ ਮਨ ਦੇ ਵਿੱਚ ਇਹ ਅੰਦਰਲਾ ਧਿਆਨ ਹੈ, ਅੰਤਰੀਵ ਮਨ ਦੇ ਵਿੱਚ ਪਹਿਚਾਨ ਲੈ। ਅਸ਼ਟਮ ਅੰਗ ਸਮਾਧ ਬਖਾਨੋ, 8ਵਾਂ ਅੰਗ ਹੈ ਜੋਗ ਦਾ ਸਮਾਧ ਕਿਹਾ, ਸਮਾਧੀ। ਜਬ ਮਨ ਠਹਿਰੈ ਹੋਏ ਅਡੋਲਾ, ਜਦੋਂ ਭਾਈ ਮਨ ਜਿਹੜਾ ਹੈ ਇਹਨੂੰ ਰੁਕ ਜਾਂਦਾ, ਡੋਲ ਹੋ ਜੇ। ਤਿਹ ਕੋ ਨਾਮ ਸਮਾਧ ਅਮੋਲਾ, ਇਹਦਾ ਨਾਮ ਸਮਾਧੀ ਹੈ ਭਾਈ ਜੋ ਅਮੋਲਕ ਹੈ। ਸੋ ਸਮਾਧ ਹੈ ਉਭੈ ਪ੍ਰਕਾਰੀ,
ਇਹ ਸਮਾਧੀ ਵੀ ਦੋ ਤਰ੍ਹਾਂ ਦੀ ਹੈ। ਨਿਰਵਿਕਲਪ ਸਾਕਲਪ ਉਚਾਰੀ, ਇੱਕ ਹੈ ਨਿਰਵਿਕਲਪ, ਇੱਕ ਹੈ ਸਾਕਲਪ। ਦੋ ਤਰ੍ਹਾਂ ਦੀ ਇਹ ਜਿਹੜੀ ਸਮਾਧੀ ਹੈ ਉਹ ਕਹੀ ਹੈ। ਦੋਹਰਾ ਧਿਆਤਾ ਧਿਆਨ ਸੋ ਤੇਜੋ, ਪ੍ਰਿਥਕ ਪ੍ਰਿਥਕ ਇੱਕ ਜਾਨ। ਇੱਕ ਹੁੰਦੇ ਧਿਆਤਾ, ਦੂਜਾ ਧਿਆਨ, ਤੀਜਾ ਧੇ। ਜਿਵੇਂ ਹੁਣ ਇੱਕ ਪ੍ਰਮਾਤਮਾ ਹੋ ਗਿਆ, ਇੱਕ ਪ੍ਰਮਾਤਮਾ ਦਾ ਧਿਆਨ ਧਰਨਾ ਧਿਆਨ। ਇੱਕ ਜੋ ਧਿਆਨ ਧਰ ਰਿਹਾ ਹੈ ਉਹ ਹੋ ਗਿਆ ਧਿਆਤਾ ਧਿਆਨ ਧੇ, ਤਿੰਨ ਰੂਪ। ਪ੍ਰਿਥਕ ਪ੍ਰਿਥਕ ਇੱਕ ਜਾਣ। ਕਹਿੰਦੇ ਭਾਈ ਇਹਨਾਂ ਨੂੰ ਵੱਖਰੇ ਵੱਖਰੇ ਇੱਕ ਜਾਣ ਲੋ। ਸੋ ਸਾ ਵਿਕਲਪ ਕਹਿਤ ਹੈ ਜੋਗੀ ਪੁਰਖ ਸੁਜਾਨ। ਇਹਨੂੰ ਸਾ ਵਿਕਲਪ ਜਿਹੜੀ ਹੈ ਸਮਾਧੀ ਕਿਹਾ ਜਾਂਦਾ। ਜੋਗੀ ਪੁਰਖ ਜਿਹੜੇ ਸਿਆਣੇ ਉਹ ਕਹਿੰਦੇ ਹਨ। ਚੌਪਈ ਆਪ ਭਿੰਨ ਨਹਿ ਭਿੰਨ ਧਿਆਨਾ, ਨਾ ਆਪ ਵੱਖ ਨਾ ਕੋਈ ਵੱਖਰਾ ਧਿਆਨ ਹੈ। ਜੇ ਸਭ ਬ੍ਰਹਮ ਰੂਪ ਕਰ ਜਾਨਾ, ਇਹ ਜਾਣ ਲਿਆ ਸਭ ਕੁਝ ਬ੍ਰਹਮ ਰੂਪ ਹੈ। ਨਿਰਵਿਕਲਪ ਸੋ ਲਖੋ ਸਮਾਦ, ਉਹਨੂੰ ਭਾਈ ਨਿਰਵਿਕਲਪ। ਇੱਕ ਹੁੰਦੀ ਹੈ ਸਕਲਪ, ਮੈਂ ਧਿਆਨ ਧਰਿਆ। ਤਿੰਨ ਚੀਜ਼ਾਂ ਹੋ ਗਈਆਂ। ਇੱਕ ਤਾਂ ਜਿਹਦਾ ਧਿਆਨ ਹੋਇਆ ਉਹ, ਇੱਕ ਧਿਆਨ, ਇੱਕ ਧਰਨ ਵਾਲਾ। ਇੱਕ ਹੋ ਗਿਆ ਵੀ ਨਹੀਂ ਹੈ ਹੀ ਕੁਛ ਨਹੀਂ, ਸਭ ਕੁਝ ਉਹੀ ਹੈ, ਉਹਨੂੰ ਕਿਹਾ ਜਾਂਦਾ ਨਿਰਵਿਕਲਪ ਸੋ ਲਖੋ ਸਮਾਦ। ਇਹ ਨਿਰਵਿਕਲਪ ਸਮਾਧੀ ਹੈ। ਐਸੇ ਅਸ਼ਟ ਅੰਗ ਮਨ ਸਾਧ, ਇਸ ਤਰ੍ਹਾਂ ਕਸ਼ਟ ਯੋਗ ਦੇ, ਹਠ ਯੋਗ ਦੇ 8 ਅੰਗ ਨੇ ਜੋ ਮਨ ਨੂੰ ਸਾਧਣ ਵਾਸਤੇ ਯੋਗੀ ਕਰਦੇ। ਬ੍ਰਿਤ ਅਰੂੜ ਜੋਗ ਮਹਿ ਜੋ ਲੋ, ਜਦੋਂ ਭਾਈ ਇਹ ਬਿਰਤੀ ਜਿਹੜੀ ਹੈ ਉਹ ਅਰੂੜ ਜੋਗ ਦੇ ਵਿੱਚ ਜਦੋਂ ਤੱਕ ਇਹ ਸਵਾਰ ਹੋ ਜਾਂਦੀ ਹੈ, ਜਦ ਤੱਕ ਲੈ ਤਾਹੇ ਕੋ ਰਸ ਸੁਭ ਤੋਲ, ਉਨਾ ਟਾਈਮ ਹੀ ਮਹਾਰਾਜ ਕਹਿੰਦੇ ਜਿਹੜਾ ਸ਼ੁਭ ਰਸ ਹੈ ਉਹਨੂੰ ਸੁਰਤੀ ਲੈਂਦੀ ਹੈ। ਉਤਰੈ ਬ੍ਰਿਤ ਯੋਗ ਤੇ ਜਬ ਹੀ, ਜਦੋਂ ਬਿਰਤੀ ਇਸ ਯੋਗ ਤੋਂ ਉਤਰ ਜਾਂਦੀ ਹੈ। ਗੁਰਬਾਣੀ ਸੋ ਪਰਚੈ ਤਬ ਹੀ, ਉਹ ਫੇਰ ਹੀ ਭਾਈ ਇਹ ਜਿਹੜੀ ਬਿਰਤੀ ਹੈ ਗੁਰਬਾਣੀ ਦੇ ਵਿੱਚ ਪਰਚਦੀ ਹੈ। ਐਸੇ ਹੀ ਬਹੁ ਕੋ ਕਲਿਆਣਾ, ਇਸ ਤਰ੍ਹਾਂ ਹੀ ਬਹੁਤਿਆਂ ਦਾ ਕਲਿਆਣ। ਭਏ ਜਗਤ ਕੇ ਬੰਧਨ ਹਨ, ਇਹਦੇ ਨਾਲ ਜਗਤ ਦੇ ਬੰਧਨਾਂ ਦਾ ਨਾਸ਼ ਹੁੰਦਾ ਹੈ। ਦੂਜਾ ਭਗਤ ਜੋਗ ਕੋ ਪੰਥਾ, ਹੁਣ ਦੂਜਾ ਯੋਗ ਹੈ ਭਗਤ ਯੋਗ ਦਾ ਰਸਤਾ ਹੈ। ਅਸ਼ਟ ਅੰਗ ਸੁਨ ਨ੍ਰਿਪ ਮਤਵੰਤਾ, ਇਹਦੇ ਵੀ ਹੈ ਬੁੱਧੀਵਾਨ ਰਾਜੇ ਸ਼ਿਵ ਨਾਭ 8 ਅੰਗ ਨੇ, ਉਹ ਤੂੰ ਸੁਣ ਲੈ। ਉਹ ਭਾਈ ਹੁਣ ਅਗਲੇ ਪ੍ਰਸੰਗ ਵਿੱਚ ਕਹਿਣਗੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ ਰਾਜਾ ਸ਼ਿਵ ਨਾਭ ਪ੍ਰਤੀ ਉਪਦੇਸ਼ ਪ੍ਰਸੰਗ ਵਰਣਨ। ਨਾਮ ਪੰਚ ਤ੍ਰਿੰਸਤੀ ਮੰਦਰ ਹੈ, ਭਾਵ 30 ਤੇ 5 35ਵਾਂ ਇਹ ਮੰਦਰ ਹੈ। ਸ਼ਿਵ ਨਾਭ ਨੂੰ ਜੋ ਉਪਦੇਸ਼ ਦਿੱਤਾ 35ਵੇਂ ਘਰ ਦਾ ਪ੍ਰਸੰਗ ਸੰਪੂਰਨ ਹੁੰਦਾ ਹੈ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।